ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਸੰਗਤਾਂ ਗੁਰਦੁਆਰਾ ਸਾਹਿਬ ਦੀ ਸੰਗਤਾਂ ਵੱਲੋਂ ਸਮਿਲਿਤ ਹੋ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹੋ। ਪਰਸੋਂ ਦੇ ਰੋਜ਼ ਤੋਂ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮੁਟਾਏ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ। ਸਤਿਗੁਰਾਂ ਨੇ ਕਿਰਪਾ ਕੀਤੀ, ਰਹਿਮਤ ਕੀਤੀ ਹੈ ਸੰਗਤਾਂ ਕੋਲੋਂ। ਪਰਸੋਂ ਤੋਂ ਰੋਜ਼ ਤੋਂ ਲੈ ਕੇ ਸਤਿਗੁਰਾਂ ਨੇ ਸੰਗਤਾਂ ਕੋਲੋਂ ਸੇਵਾਵਾਂ ਲਈਆਂ ਹਨ, ਕਰਵਾਈਆਂ ਹਨ। ਕਿਰਪਾ ਕਰਕੇ ਤਰੁੱਠ ਕੇ ਆਪ ਸਭ ਸੰਗਤਾਂ ਪਰਸੋਂ ਦੇ ਰੋਜ਼ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੇਵਾਵਾਂ ਕਰ ਰਹੇ ਹੋ। ਔਰ ਇਸੇ ਤਰ੍ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ। ਔਰ ਇਸੇ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਛਤਰ ਛਾਇਆ ਹੇਠ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰਪੁਰਬ ਦੇ ਸੰਬੰਧ ਵਿੱਚ ਸੁੰਦਰ ਦੀਵਾਨ ਸਜਾਏ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਫਰਮਾਨ ਹੈ, ਕੁਰਬਾਨੀ ਇਤਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਵਾਂ, ਬਿਹਾਰ ਜਾਂਦਾ ਹਾਂ ਜਿਹੜੇ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰਪੁਰਬ ਪ੍ਰੇਮਾ ਭਗਤੀ ਸਹਿਤ ਮਨਾਉਂਦੇ ਹਨ। ਦੁਨਿਆਵੀ ਖੁਸ਼ੀਆਂ ਖੇੜੇ ਔਰ ਦੁਨਿਆਵੀ ਰੰਗ ਤਮਾਸ਼ੇ ਕਰਕੇ ਕਰਦੇ ਹਨ ਲੋਕ, ਲੇਕਿਨ ਗੁਰੂ ਕਾ ਸਿੱਖ ਆਪਣੇ ਗੁਰੂ ਦੇ ਗੁਰਪੁਰਬ ਸ਼ਰਧਾ ਭਾਵਨਾ ਦੇ ਨਾਲ ਪ੍ਰੇਮਾ ਭਗਤੀ ਸਹਿਤ ਮਨਾਉਂਦੇ ਹਨ। ਭਾਵ ਕੇ ਗੁਰੂ ਦੇ ਉਪਦੇਸ਼ ਨਾਲ ਜੁੜਦੇ ਹਨ, ਬਾਣੀ ਨਾਲ ਜੁੜਦੇ ਹਨ, ਕਥਾ ਕੀਰਤਨ ਇਸੇ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਰੂਪ ਵਿੱਚ, ਸਹਿਜ ਪਾਠ ਦੇ ਰੂਪ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ 'ਚ ਇਕੱਤਰ ਹੁੰਦੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਜੇ ਸਤਿਗੁਰਾਂ ਦਾ ਆਪਾਂ ਪਾਵਨ ਪਵਿੱਤਰ ਗੁਰਪੁਰਬ ਮਨਾ ਰਹੇ ਹਾਂ, ਜਿਨ੍ਹਾਂ ਦਾ ਪਾਵਨ ਪਵਿੱਤਰ ਆਗਮਨ 1469 ਈਸਵੀ ਨੂੰ ਕੱਤਕ ਦੇ ਪੂਰਨਮਾਸੀ ਵਾਲੇ ਦਿਨ ਰਾਏ ਭੋਏ ਦੀ ਤਲਵੰਡੀ ਵਿਖੇ ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਾਲੂ ਜੀ, ਕਲਿਆਣ ਦਾਸ ਜੀ, ਉਹਨਾਂ ਦੇ ਗ੍ਰਹਿ ਵਿਖੇ ਸਤਿਗੁਰਾਂ ਦਾ ਪਾਵਨ ਪਵਿੱਤਰ ਆਗਮਨ ਹੋਇਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਬੜਾ ਸੁੰਦਰ ਫਰਮਾਨ ਹੈ, ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਉਚਾਰਨ ਕੀਤਾ ਪਾਵਨ ਸ਼ਬਦ ਹੈ। ਸਾਧੂ ਕਹਿੰਦੇ ਉਹ ਧਰਤੀ ਸੋਭਲੀਕ ਹੋ ਜਾਂਦੀ, ਹਰੀ ਭਰੀ ਹੋ ਜਾਂਦੀ, ਭਾਗਾਂ ਵਾਲੀ ਬਣ ਜਾਂਦੀ ਹੈ ਜਿੱਥੇ ਸਤਿਗੁਰਾਂ ਦਾ ਆਗਮਨ ਹੁੰਦਾ ਹੈ, ਜਿੱਥੇ ਸਤਿਗੁਰਾਂ ਦੇ ਪਾਵਨ ਮੁਬਾਰਕ ਚਰਨ ਪੈਂਦੇ ਹਨ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸਿਚੰਤ ਪੈ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਧਰਤੀ ਭਾਗਾਂ ਵਾਲੀ ਹਰੀ ਭਰੀ ਹੋ ਜਾਂਦੀ ਹੈ, ਉੱਥੇ ਜਿਹੜੇ ਵੀ ਜੰਤ, ਜਿਹੜੇ ਵੀ ਮਨੁੱਖ, ਜਿਹੜੇ ਵੀ ਜੀਵ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ, ਉਹ ਵੀ ਹਰੇ ਭਰੇ ਜੀਵਨ ਵਾਲੇ ਬਣ ਜਾਂਦੇ ਹਨ। ਸਿਜੰਤ ਪੈ ਹਰਿਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ। ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਧੰਨ ਹੈ ਉਹ ਪਿਤਾ ਜਿਹਦੇ ਘਰ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਹੈ। ਧੰਨ ਧੰਨ ਕੁਲ, ਭਾਵ ਕਿ ਉਹ ਬੇਦੀ ਕੁਲ ਜਿਹੜੀ ਆ ਉਹ ਵੀ ਭਾਗਸ਼ਾਲੀ ਬਣੀ ਹੈ, ਭਾਗਾਂ ਵਾਲੀ ਬਣੀ ਹੈ, ਜਿਸ ਕੁਲ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਸਰਗੁਣ ਸਰੂਪ ਵਿੱਚ ਅਵਤਾਰ ਧਾਰਨ ਕੀਤਾ ਹੈ। ਔਰ ਇਸੇ ਤਰ੍ਹਾਂ ਧੰਨ ਹੈ ਉਹ ਜਨਨੀ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਗੁਰਾਂ ਦੇ ਆਗਮਨ ਹੋਇਆ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਨ ਨਾਮ ਅਰਾਧਿਆ, ਆਪ ਤਰਿਆ ਜਿਨੇ ਡਿਠਾ ਤਿਨਾ ਲੈ ਛਡਾਏ। ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਆਪ ਸਰਗੁਣ ਸਰੂਪ ਹਨ, ਪਰ ਇਸ
ਜਾਮੇ ਵਿੱਚ ਆ ਕੇ, ਮਨੁੱਖੀ ਜਾਮੇ ਵਿੱਚ ਆ ਕੇ ਉਸ ਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਆਰਾਧਨਾ ਕਰਦੇ ਹਨ। ਔਰ ਇਸੇ ਤਰ੍ਹਾਂ ਜੀਵਾਂ ਨੂੰ, ਮਨੁੱਖਾਂ ਨੂੰ, ਭੁੱਲੇ ਭਟਕਿਆਂ ਨੂੰ ਉਹ ਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਦੇ ਹਨ ਔਰ ਇਸੇ ਤਰ੍ਹਾਂ ਇਸ ਭੌਤਿਕ ਸੰਸਾਰ ਤੋਂ ਪਾਰ ਕਰਨ ਦੇ ਸਮਰੱਥ ਹਨ। ਐਸੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦਾ ਜਦੋਂ ਆਗਮਨ ਹੋਇਆ ਹੈ, ਸਭ ਤੋਂ ਪਹਿਲਾਂ ਭਾਗਸ਼ਾਲੀ ਹੈ, ਦੌਲਤਾਂ ਦਾਈ, ਜਿਹਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਦਰਸ਼ਨ ਕੀਤਾ ਹੈ ਔਰ ਨਿਹਾਲ ਹੋਈ ਹੈ। ਜਿਸ ਦੌਲਤਾਂ ਦਾਈ ਨੇ ਸਤਿਗੁਰਾਂ ਦੇ ਆਗਮਨ ਤੋਂ ਪਹਿਲਾਂ ਬਚਨ ਕੀਤਾ ਹੈ ਮਹਿਤਾ ਕਾਲੂ ਜੀ ਦੇ ਨਾਲ, ਇਹ ਮਹਿਤਾ ਕਾਲੂ ਤੁਸੀਂ ਇਲਾਕੇ ਦੇ ਜ਼ਿੰਮੇਵਾਰ ਹੋ ਔਰ ਇੱਥੋਂ ਦੇ ਤੁਸੀਂ ਪਟਵਾਰੀ ਹੋ ਔਰ ਜਿੱਥੇ ਮੇਰਾ ਇਹ ਕਿੱਤਾ ਹੈ, ਮੇਰਾ ਕਰਮ ਹੈ, ਮੈਂ ਬੱਚਿਆਂ ਦੇ ਜਨਮ ਦੀ ਸੇਵਾ ਕਰਦੀ ਹਾਂ ਤੇ ਮੈਂ ਸੇਵਾ ਫਲ ਲੈ ਕੇ ਆਪਣੇ ਰੁਜ਼ਗਾਰ ਕਰਦੀ ਹਾਂ। ਪਰ ਤੁਹਾਡੇ ਘਰ ਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਕਿਰਪਾ ਕਰੇ, ਤੁਹਾਡੇ ਘਰ ਕਾਲ ਪੁਰਖ ਵਾਹਿਗੁਰੂ ਪੁੱਤਰ ਦੀ ਦਾਤ ਬਖਸ਼ਿਸ਼ ਕਰੇ, ਪਰ ਮੈਂ ਤੁਹਾਡੇ ਕੋਲ ਆਮ ਲੋਕਾਂ ਵਾਲਾ ਫਲ ਨਹੀਂ ਲੈਣਾ, ਸੇਵਾ ਫਲ ਨਹੀਂ ਲੈਣਾ। ਭਾਵ ਕਿ ਮੈਂ ਬਹੁਤ ਵੱਡਾ ਤੁਹਾਡੇ ਕੋਲ ਇਨਾਮ ਲੈਣਾ ਹੈ। ਮਹਿਤਾ ਕਾਲੂ ਕਹਿੰਦਾ ਇਹ ਦੌਲਤਾਂ ਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਕਿਰਪਾ ਕਰੇ, ਤੂੰ ਜੋ ਮੂੰਹ ਮੰਗੇਗੀ, ਜਿਹੜੀ ਵਸਤ ਚਾਹਵੇਂਗੀ ਉਹ ਹਾਜ਼ਰ ਹੋਵੇਗੀ। ਸਮਾਂ ਆਇਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ ਹੈ। ਜਦੋਂ ਦੌਲਤਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਜਨਮ ਦੀ ਸੇਵਾ ਕੀਤੀ ਹੈ, ਆਗਮਨ ਦੀ ਸੇਵਾ ਕੀਤੀ ਹੈ, ਉਸ ਕਮਰੇ ਵਿੱਚ ਪ੍ਰਕਾਸ਼ ਹੋਇਆ ਜਦੋਂ ਸਤਿਗੁਰਾਂ ਦਾ ਆਗਮਨ ਹੋਇਆ ਹੈ। ਦੌਲਤਾਂ ਬੜੀ ਹੈਰਾਨ ਹੋਈ ਹੈ ਕਿਉਂਕਿ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਹੀ ਜਨਮਾਂ ਜਨਮਾਂ ਦੀ ਉਹਦੇ ਅੰਦਰ ਦੀ ਮੈਲ ਉਤਰ ਗਈ ਹੈ। ਭਾਗਾਂ ਵਾਲੀ ਹੈ, ਕੋਈ ਪਿਛਲੇ ਜਨਮਾਂ 'ਚ ਚੰਗਾ ਕਰਮ ਕੀਤਾ ਹੋਵੇਗਾ ਜਿਨ੍ਹਾਂ ਤੇ ਸਤਿਗੁਰਾਂ ਟੁੱਟ ਕੇ ਕਿਰਪਾ ਕੀਤੀ ਹੈ। ਔਰ ਜਦੋਂ ਸਤਿਗੁਰਾਂ ਦਾ ਆਗਮਨ ਹੋਇਆ ਤੇ ਸਤਿਗੁਰੂ ਜੀ ਮੁਸਕਰਾਉਂਦੇ ਹਨ, ਭਾਵ ਕਿ ਹੱਸਦੇ ਹਨ। ਇਹ ਗੱਲ ਦੇਖ ਕੇ ਹੋਰ ਹੈਰਾਨ ਹੋਈ ਹੈ ਦੌਲਤਾਂ, ਕਿਉਂਕਿ ਉਹਦੇ ਹੱਥੀਂ ਕਿੰਨੇ ਬੱਚਿਆਂ ਨੇ ਜਨਮ ਲਿਆ ਹੈ। ਉਹਦੀ ਕਿਰਤੀ ਇਹ ਹੈ, ਲੇਕਿਨ ਜਦੋਂ ਵੀ ਬੱਚਾ ਜਨਮ ਲੈਂਦਾ ਉਹ ਜਨਮ ਦੇ ਸਮੇਂ ਰੋਂਦਾ ਹੈ। ਡਾਕਟਰਾਂ ਦਾ ਵੀ ਕਹਿਣਾ ਹੈ, ਸਿਆਣੀਆਂ ਬੀਬੀਆਂ ਵੱਡੀਆਂ ਮਾਤਾਵਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਦੋਂ ਬੱਚਾ ਜਨਮ ਲੈਣ ਸਮੇਂ ਰੋਵੇ ਤੇ ਸਮਝ ਲਓ ਬੱਚਾ ਤੰਦਰੁਸਤ ਹੈ। ਜੇ ਬੱਚਾ ਜਨਮ ਦੇ ਸਮੇਂ ਰੋਵੇ ਨਾ ਤੇ ਫਿਰ ਡਾਕਟਰ ਵੀ ਇਹ ਗੱਲ ਕਹਿੰਦੇ ਆ ਕਿ ਕੋਈ ਨੁਕਸ ਹੈ, ਕੋਈ ਕਾਰਨ ਹੈ। ਲੇਕਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੁਨੀਆ ਦੇ ਤਰ੍ਹਾਂ ਸੰਸਾਰ ਤੇ ਨਹੀਂ ਆਏ। ਉਹ ਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਸਰਗੁਣ ਸਰੂਪ ਧਾਰਨ ਕਰਕੇ ਆਏ ਹੈ। ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਕਾਲ ਪੁਰਖ ਵਾਹਿਗੁਰੂ ਆਪ ਆਪਣੀ ਕਲਾ ਧਾਰਨ ਕਰਕੇ ਆਪਣੀ ਸ਼ਕਤੀ ਨਾਲ ਇਸ ਸੰਸਾਰ ਤੇ ਆਏ ਹਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜਿਹੜਾ ਨਿਰਾਕਾਰ ਹੈ, ਉਹਨੇ ਸਰਗੁਣ ਸਰੂਪ ਧਾਰਨ ਕਰਕੇ ਇਸ ਸੰਸਾਰ ਤੇ ਆਉਣਾ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਆਮ ਅਵਤਾਰਾਂ ਵਰਗੇ ਅਵਤਾਰ ਵੀ ਨਹੀਂ ਸਨ।
क्योंकि जिन्ने भी संसार ते अवतार पैगंबर आए हैं ਅਸੀਂ ਉਹਨਾਂ ਦੀ ਨਜ਼ਾਦਰੀ ਨਹੀਂ ਕਰਦੇ, ਸਤਿਕਾਰਯੋਗ ਹਨ। ਉਹਨਾਂ ਦੀ ਵੀ ਇਸ ਸੰਸਾਰ ਤੇ ਆ ਕੇ ਬੜੀ ਵੱਡੀ ਦੇਣ ਹੈ ਮਨੁੱਖਤਾ ਨੂੰ। ਪਰ ਸਾਰੇ ਅਵਤਾਰਾਂ ਨਾਲੋਂ, ਪੀਰ ਪੈਗੰਬਰਾਂ ਨਾਲੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਸ਼੍ਰੋਮਣੀ ਹਨ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਹੈ, ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ। ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਜੋਤ ਹੈ, ਨਾਨਕ ਦੇ ਰੂਪ ਸੰਸਾਰ ਤੇ ਆਉਣਾ ਕੀਤਾ ਹੈ। ਕੀ ਕਾਰਨ ਹੈ? ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਆਪ ਕਿਉਂ ਸਰਗੁਣ ਸਰੂਪ ਧਾਰਨ ਕਰਕੇ ਆਉਣਾ ਪਿਆ? ਇਹਦਾ ਇੱਕ ਬਹੁਤ ਵੱਡਾ ਕਾਰਨ ਹੈ। ਬਾਹਰੀ ਤੌਰ ਤੇ ਆਪਾਂ ਗੱਲ ਕਰੀਏ ਤੇ ਜਦੋਂ ਘਰ ਵਿੱਚ ਸਾਡਾ ਕੋਈ ਇੱਕ ਪਰਿਵਾਰ ਦਾ ਮੈਂਬਰ ਬਿਮਾਰ ਹੋ ਜਾਵੇ ਤੇ ਪਰਿਵਾਰ ਦੇ ਬਾਕੀ ਦੇ ਮੈਂਬਰ ਉਹਦੀ ਹੈਲਪ ਕਰਦੇ ਆ, ਉਹਦੀ ਦਵਾਈ ਲੈ ਕੇ ਦਿੰਦੇ ਆ, ਲੋੜ ਪਵੇ ਤੇ ਉਹਨੂੰ ਹਸਪੀਟਲ ਲੈ ਕੇ ਜਾਂਦੇ ਆ, ਇਲਾਜ ਕਰਾਉਂਦੇ, ਡਾਕਟਰ ਕੋਲ ਲੈ ਕੇ ਜਾਂਦੇ ਆ। ਤੇ ਜੇ ਸਾਰਾ ਪਰਿਵਾਰ ਹੀ ਬਿਮਾਰ ਹੋ ਜਾਵੇ, ਕੋਈ ਵੀ ਹਸਪਤਾਲ ਖੜਨ ਵਾਲਾ ਨਾ ਹੋਵੇ, ਫਿਰ ਕੀ ਹੁੰਦਾ? ਫਿਰ ਇਲਾਕੇ ਦੇ ਮਹੱਲੇ ਦੇ ਜਿਹੜੇ ਲੋਕ ਆ ਉਹ ਪਰਿਵਾਰ ਦੇ ਜੀਵਾਂ ਨੂੰ ਐਡਮਿਟ ਕਰਦੇ ਆ, ਉਹਦੀ ਹੈਲਪ ਕਰਦੇ ਪਰਿਵਾਰ ਦੀ। ਔਰ ਜੇ ਸਾਰਾ ਮਹੱਲਾ ਹੀ ਬਿਮਾਰ ਹੋ ਜਾਵੇ, ਜਿਸ ਤਰ੍ਹਾਂ ਕੋਵਿਡ ਆਇਆ ਸੀ, ਵੇਖਿਆ ਆਪਣਾ ਸਾਹਮਣੇ, ਇਸ ਤਰ੍ਹਾਂ ਕੋਵਿਡ ਵਿੱਚ ਇਹ ਤਾਂ ਪ੍ਰਤੱਖ ਆ ਨਾ, ਪ੍ਰਮਾਤਮਾ ਨੇ ਸਾਨੂੰ, ਅਸੀਂ ਜਿਹੜੇ ਭੁੱਲੇ ਹੋਏ ਹਾਂ ਨਾ, ਜਿਹੜੇ ਨਾਸਤਿਕ ਸਨ, ਜਿਹੜੇ ਕਹਿੰਦੇ ਰੱਬ ਹੈ ਨਹੀਂ, ਰੱਬ ਦਾ ਨਾਂ ਦੀ ਚੀਜ਼ ਨਹੀਂ ਕੋਈ ਹੈ, ਉਹਨਾਂ ਨੂੰ ਪਤਾ ਲੱਗਿਆ। ਤੁਸੀਂ ਦੇਖਿਆ ਹੋਵੇਗਾ ਫੇਸਬੁੱਕ ਤੇ ਡਾਕਟਰਾਂ ਨੇ ਵੀ, ਜਿਹੜੇ ਗੋਰੇ ਹਨ, ਉਹਨਾਂ ਨੇ ਵੀ ਮੂਲ ਮੰਤਰ ਦਾ ਜਾਪ ਕੀਤਾ, ਪ੍ਰਮਾਤਮਾ ਅੱਗੇ ਅਰਦਾਸ ਕੀਤੀ, ਮਹਾਰਾਜ ਹੁਣ ਤੁਸੀਂ ਕਿਰਪਾ ਕਰੋ, ਸਾਡੇ ਹੱਥ ਖੜੇ ਆ। ਬੜੀਆਂ ਬੜੀਆਂ ਕੰਟਰੀਆਂ ਹੱਥ ਖੜੇ ਕਰ ਗਈਆਂ ਹਨ। ਪਤਾ ਲੱਗਿਆ ਕਿ ਪ੍ਰਮਾਤਮਾ ਹੈ। ਕੀ ਨਹੀਂ ਕਰ ਸਕਦਾ ਪ੍ਰਮਾਤਮਾ? ਤੇ ਜੇ ਉਹ ਕਾਲ ਪੁਰਖ ਹੈ ਕਿ ਪ੍ਰਮਾਤਮਾ ਨੇ ਇਹ ਕੋਵਿਡ ਸਿਰਫ ਇਸ਼ਾਰਾ ਦਿੱਤਾ ਹੈ, ਸਹਿਮ ਦਿੱਤੇ ਮਾੜੇ ਜੇ, ਖਿਆਲ ਰੱਖਿਓ ਕਿਤੇ ਭੁੱਲ ਨਾ ਜਾਇਓ। ਲੇਕਿਨ ਜੇ ਉਹ ਚਾਹੁੰਦਾ, ਇਹ ਕੋਵਿਡ ਨਾਲ ਸਾਰਾ ਮਰੀਆ ਮਾਰ ਕਰ ਦਿੰਦਾ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ, ਧੰਨ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਜਿਸ ਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਪੈਦਾ ਕੀਤੀ ਹੈ। ਇੱਕੋ ਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜਿਹੜਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਔਰ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਔਰ ਸ੍ਰਿਸ਼ਟੀ ਦੀ ਲਹਿਤਾ ਕਰਨ ਵਾਲਾ, ਇੱਕੋ ਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ। ਲੇਕਿਨ ਜਿਸ ਤਰ੍ਹਾਂ ਕੋਈ ਬਿਲਡਿੰਗ ਬਣਾਉਣੀ ਹੋਵੇ ਤਾਂ ਉਹਨੂੰ ਸਮਾਂ ਲੱਗਦਾ, ਜਿੱਡੀ ਵੱਡੀ ਬਿਲਡਿੰਗ ਹੋਵੇ ਉਨਾ ਸਮਾਂ ਲੱਗਦਾ, ਉਹਨੂੰ ਮਜ਼ਦੂਰ ਬੰਦੇ, ਮਿਸਤਰੀ ਲੱਗਦੇ ਆ। ਔਰ ਇਸੇ ਤਰ੍ਹਾਂ ਜਿਹੜਾ ਕਾਲ ਪੁਰਖ ਪ੍ਰਮਾਤਮਾ ਨੇ ਏਡੀ ਵੱਡੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਪੈਦਾ ਕੀਤਾ ਇੰਨੀ ਵੱਡੀ ਸ੍ਰਿਸ਼ਟੀ ਨੂੰ, ਤੇ ਕਿੰਨਾ ਚਿਰ ਲਾਇਆ ਹੋਵੇਗਾ ਪ੍ਰਮਾਤਮਾ ਨੇ ਪੈਦਾ ਕਰਨ ਵਾਸਤੇ? ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਸ਼ੇ ਦੱਸਦੇ ਹਨ, ਦੱਸਣ ਵਾਸਤੇ ਤੇ ਆਏ ਆ, ਹੋਰ ਕੀ ਕਰਨ ਵਾਸਤੇ ਆਏ ਆ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਸ਼ੇ ਕਹਿੰਦੇ, ਭਾਈ ਕਾਲ ਪੁਰਖ ਪ੍ਰਮਾਤਮਾ ਨੇ ਜਦੋਂ ਸ੍ਰਿਸ਼ਟੀ ਰਚਨਾ ਕੀਤੀ, ਕਿੰਨੇ ਚਿਰ ਚ ਕੀਤੀ ਹੈ? ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਉਸ ਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਇੱਕੋ ਬਚਨ ਕੀਤਾ ਹੈ ਤੇ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਹੋਈ ਹੈ। ਤੇ ਜੇ ਸਿਰਜਣਾ ਉਹ ਇੱਕ ਵਚਨ ਹੋ ਜਾਂਦੀ ਹੈ, ਤੇ ਕੀ ਇਹਨੂੰ ਮਿਟਾਉਣ ਵਾਸਤੇ, ਖਤਮ ਕਰਨ ਵਾਸਤੇ ਕਿੰਨੀ ਪਬਲਿਕ ਹੈ, ਕਿੰਨਾ ਸੰਸਾਰ ਹੈ, ਇਹ ਉਹਨਾਂ ਨੂੰ ਕੱਲੇ ਨੂੰ ਮਾਰਨਾ ਪਵੇਗਾ? ਨਹੀਂ, ਬਸ ਇੱਕੋ ਵਚਨ ਕਰਨਾ ਉਹਨੇ ਪ੍ਰਮਾਤਮਾ ਨੇ, ਤੇ ਸਭ ਸੌ ਜਾਣੇ ਆ। ਇਹ ਉਹਦੇ ਹੱਥ ਵਿੱਚ ਹੈ, ਪ੍ਰਮਾਤਮਾ ਦੇ ਹੱਥ ਵਿੱਚ ਹੈ। ਮੇਰਾ ਕਹਿਣ ਦਾ ਭਾਵ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਸ ਸਾਡੇ ਵਰਗੂ ਸੰਸਾਰ ਤੇ ਨਹੀਂ ਆਏ, ਕਿਸੇ ਅਵਤਾਰ ਵਾਂਗੂ ਵੀ ਨਹੀਂ ਆਏ। ਉਹ ਤਾਂ ਕਾਲ ਪੁਰਖ ਹੈ, ਪ੍ਰਮਾਤਮਾ ਦਾ ਸਰਗੁਣ ਸਰੂਪ ਸਨ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਬੇਨਤੀ ਕੀਤੀ ਹੈ
कि की लोड़ पई, क्यों आउण दी लोड़ पई परमात्मा नूं आप सरगुण स्वरूप धारण करके। जिस तरह मैं आप जी नूं बेनती कीती है कि परिवार का एक मैंबर बीमार हो जाए तो परिवार उसकी हेल्प करता है, जो सारा परिवार हो तो हेल्प महला करता है। जे महला बीमार हो जाए तो फिर सारी डॉक्टरों की टीम आती, आप ही चल के आती, हूँ खाने वाला तो कोई भी नहीं, डॉक्टर ही आउणगे इत्थे। फिर डॉक्टरों की टीम आती है इलाके दे विच, महल्ले दे विच, शहर दे विच आन के फिर कंट्रोल करते हैं। तो जे टीम को कंट्रोल ना हुंदा होवे फिर जो वड्डे डॉक्टर है वो आप चल के आते हैं, कहीं जाके हालात देखते हैं। इस तरह कालपुरख वाहिगुरू परमात्मा ने भावें अवतार पैगंबर संसार ते भेजे हैं, उन्हां दी बड़ी देन है, पर लेकिन जिन्ने भी अवतार आए हैं, पैगंबर आए हैं, उन्होंने थोड़ी सीमा बनाई है जीवां नूं उपदेश देण दी। लेकिन धन गुरु नानक देव जी महाराज सच्चे पातशाह जी कोई सीमा नहीं है, सर्व सांझे रहबर सन। इसे करके धन गुरु नानक देव जी महाराज सच्चे पातशाह जी नूं हिंदू समाज ने भी, मुसलमान समाज ने भी धन गुरु नानक देव जी महाराज सच्चे पातशाह जी अगे सिर सी झुकाया है। जिन्ने भी हिंदू मत अनुसार हिंदू धर्म में अवतार हुए हैं, उन्होंने केवल हिंदू समाज उन्हें अगे झुकता ही, लेकिन मुसलमान समाज नहीं झुकता। और इस तरह जिहड़े मुसलमान धर्म के रहबर आए सन, संसार ते पैगंबर आए, उन्हें अगे केवल मुसलमान धर्म वाले ही अपना शीश झुकाउंदे सन। हिंदू मत वाले मुसलमान पैगंबर अगे शीश नहीं झुकाउंदे। वो गल वखरी है कि मजबूर करके किसी नूं तानाशाही करके झुका लिया होवे ते वखरी गल औरंगजेब वर्गियां ने। लेकिन खुशी नाल कोई भी दूसरे धर्म वाला दूजे धर्म के रहबर नूं अवतार नूं कदी शीश नहीं झुकाउंदा। पर धन गुरु नानक देव जी महाराज सच्चे पातशाह जी नूं दे चरनां विच मुसलमानां ने भी शीश झुकाया है, हिंदू मत वालियां ने भी, और इस तरह जो भी संसार ते कोई समाज वाला है धन गुरु नानक देव जी महाराज सच्चे पातशाह चरनां च शीश झुकाया है। क्योंकि धन गुरु नानक देव जी महाराज सच्चे पातशाह जी ने सारिआं नूं सर्व सांझा उपदेश दिता है, सारिआं नूं अपने गल नाल लाया है ते सिख धर्म की सिरजना की है। सिख धर्म एक छोटी जी वलगना नहीं है, इस मनुखता का धर्म है। इस करके कालपुरख वाहिगुरू परमात्मा ने देखा कि सारा संसार ही रोगी है। पैगंबर रूप विच भी आया, परमात्मा भेजिया, पैगंबरां नूं भेजिया, अवतारां नूं भेजिया, लेकिन हुण तां सारा संसार ही रोगी है। संसार रोगी नाम दारू, मैं लग गया सच बिना। जब कालपुरख वाहिगुरू ने देखा कि सारा संसार ही रोगी है, धन गुरु ग्रंथ साहिब दा पावन बचन है, जो जो दिसे सो सो रोगी, रोग रहत मेरा सतगुरु जोगी। संसार का हरेक जीव रोगी है। भाव के एक शरीरक रोग है तो साडा मानसिक रोग है। हरेक बंदा किसी न किसी रोग का ग्रस्त है, चिंतित है। धन गुरु ग्रंथ साहिब दा पावन बचन है, चिंतित ही दिसे सब कोय। ये सतगुरु दसदे आम बंदे दे वस दी गल नहीं दसन दी। धन गुरु ग्रंथ साहिब महाराज सच्चे पातशाह जी कहंदे कि चिंतित ही दिसे सब कोय। कि सारे संसार के लोग चिंतातर हैं, चिंताग्रस्त हैं। महाराज सच्चे पातशाह जी आप दस रहे, सानू ते इन्ना नहीं पता, सानू ते अपना पता ना, साडा परिवार ठीक है, जब बीमार है
ਬਾਕੀ ਦਾ ਕੀ ਪਤਾ ਕੀ ਕਿਸੇ ਦੇ ਘਰ ਕੀ ਹੋ ਰਿਹਾ, ਕਿਸੇ ਦੇ ਸਰੀਰ ਵਿੱਚ ਕਿਹੋ ਜਿਹਾ ਰੋਗ ਹੈ, ਉਹ ਤੇ ਜਿਹਨੂੰ ਹੈਗਾ ਉਹਨੂੰ ਪਤਾ ਹੋਏਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸੋ ਫਿਰ ਇਸ ਰੋਗਾਂ ਤੋਂ ਜਿਹੜੇ ਚਿੰਤਾਤੁਰ ਹਨ, ਇਹ ਦੂਰ ਕਿਤਨਾ ਹੋ ਸਕਦੀ ਚਿੰਤਾ? ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚਿੰਤਤ ਹੀ ਦਿਸੇ ਸਭ ਕੋਏ, ਚੇਤੇ ਏਕ ਤਹੀਂ ਸੁਖ ਹੋਏ। ਜਿਹੜਾ ਇੱਕ ਕਾਲਪੁਰਖ ਵਾਹਿਗੁਰੂ ਨੂੰ ਚੇਤੇ ਚ ਲੈ ਆਉਂਦਾ, ਜਿਹੜਾ ਕਾਲਪੁਰਖ ਵਾਹਿਗੁਰੂ ਦਾ ਚਿੰਤਨ ਕਰਦਾ, ਉਹ ਭਾਈ ਉਹਨੂੰ ਸੁਖ ਪ੍ਰਾਪਤ ਹੁੰਦਾ। ਉਹਦੇ ਜਿਹੜੇ ਚਿੰਤਾਵਾਂ ਹਨ, ਉਹ ਜਿਹੜੇ ਦੁੱਖ ਹਨ, ਸਰੀਰਕ ਦੁੱਖ ਹਨ ਜਾਂ ਮਾਨਸਿਕ ਦੁੱਖ ਹਨ, ਉਹਦੇ ਨਿਵਰਤੀ ਹੁੰਦੀ ਹੈ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਵਾਸਤੇ। ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਕੇਵਲ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ, ਕਿਸੇ ਵਿਅਕਤੀ ਨਾਲ ਨਹੀਂ ਜੋੜਿਆ। ਇੱਥੋਂ ਤੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਨਹੀਂ ਕਿਹਾ ਤੁਸੀਂ ਮੇਰਾ ਧਿਆਨ ਕਰੋ, ਮੇਰਾ ਨਾਮ ਜਪੋ, ਤੁਸੀਂ ਮੇਰੇ ਚਰਨਾਂ ਵਿੱਚ ਨਿਵੋ ਨਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਸ਼ੇਸ਼ ਕਿਉਂ ਹਨ? ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੇਵਲ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨ ਦਾ ਉਪਦੇਸ਼ ਦਿੱਤਾ ਹੈ। ਮੈਨੂੰ ਮਾਫ ਕਰਨਾ, ਮੈਂ ਕੋਈ ਲਾਗਤਬਾਜ਼ੀ ਨਾਲ ਗੱਲ ਨਹੀਂ ਕਰ ਰਿਹਾ। ਇਤਿਹਾਸ ਦੱਸਦਾ, ਗੁਰੂ ਦੀ ਬਾਣੀ ਦੱਸਦੀ ਹੈ, ਗੁਰੂ ਦੀ ਬਾਣੀ ਤਿੰਨ ਕਾਲ ਸੱਚ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਬ ਕਲਾ ਸੰਪੂਰਨ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਓਂਕਾਰ ਤੋਂ ਲਾ ਕੇ 18, 10, 20 ਤੱਕ ਇੱਕ ਚੀਜ਼ ਨਹੀਂ ਹੈ, ਬਾਕੀ ਸਾਰਾ ਕੁਝ ਸੰਪੂਰਨ ਹੈ, ਸਰਬ ਕਲਾ ਭਰਪੂਰ ਹੈ, ਸਮਰੱਥ ਹੈ। ਹੁਣ ਤੁਸੀਂ ਹੈਰਾਨ ਹੋਵੋਗੇ ਮੂਰਖ ਜਿਹਾ ਕੀ ਕਹਿੰਦਾ, ਇੱਕ ਚੀਜ਼ ਨਹੀਂ ਹੈ ਗੁਰੂ ਜੀ। ਉਹ ਕੀ ਨਹੀਂ ਹੈ? ਝੂਠ ਨਹੀਂ ਹੈ। ਗੁਰੂ ਦੀ ਬਾਣੀ ਦਾ ਇੱਕ ਇੱਕ ਲਫ਼ਜ਼, ਇੱਕ ਇੱਕ ਲਗ ਮਾਤਰਾ ਤਿੰਨ ਕਾਲ ਸੱਚ ਹੈ। ਗੁਰੂ ਦੀ ਬਾਣੀ ਝੂਠ ਨਹੀਂ ਹੈ, ਸਾਨੂੰ ਆਤਮ ਜੀਵਨ ਦੇਣ ਵਾਲੀ ਹੈ। ਔਰ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਜਨੇਊ ਅਪਣਾਉਣ ਦਾ ਸਮਾਂ ਆਇਆ, ਪਰਿਵਾਰ ਨੇ ਪ੍ਰਬੰਧ ਕੀਤਾ ਕਿ ਬੱਚੇ ਨੂੰ ਜਦੋਂ 10 ਸਾਲ ਦਾ ਹੁੰਦਾ, ਹਿੰਦੂ ਧਰਮ ਵਿੱਚ ਬੱਚਾ, ਉਹਨੂੰ ਹਿੰਦੂ ਧਰਮ ਵਿੱਚ ਪ੍ਰਵੇਸ਼ ਕਰਨ ਵਾਸਤੇ ਉਹਨੂੰ ਜਨੇਊ ਅਪਣਾਇਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਸਮਾਂ ਆਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਨੇਊ ਅਪਣਾਉਣ ਦਾ, ਤੇ ਫਿਰ ਇਹ ਤਿਆਰੀ ਹੋਈ, ਰਿਸ਼ਤੇਦਾਰ ਆਏ ਆ, ਇਕੱਤਰ ਹੋਏ ਹਨ ਘਰ ਵਿੱਚ। ਪੰਡਤ ਹਰਦਿਆਲ ਜੀ ਆਏ ਹਨ ਤਿਆਰੀ ਕਰਕੇ ਕਿ ਮਹਿਤਾ ਕਾਲੂ ਦੇ ਪੁੱਤਰ ਨਾਨਕ ਨੂੰ ਅੱਜ ਜਨੇਊ ਅਪਣਾਇਆ ਜਾਣਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ 10 ਸਾਲ ਉਮਰ ਹੈ, ਬਾਲ ਅਵਸਥਾ ਹੈ ਸੰਸਾਰਿਕ ਤੌਰ ਤੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਵੀ ਇਹਦਾ ਕੱਟ ਕਿਉਂ ਕੀਤਾ ਹੋਇਆ, ਕੀ ਕਾਰਨ ਹੈ? ਤੇ ਪੰਡਤ ਹਰਦਿਆਲ ਕਹਿੰਦਾ ਹੈ, ਨਾਨਕ ਤੈਨੂੰ ਅੱਜ ਜਨੇਊ ਅਪਣਾਇਆ ਜਾਣਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਉਂ? ਹਰਦਿਆਲ ਕਹਿੰਦਾ, ਪੰਡਤ ਜੀ ਕਹਿੰਦੇ ਕਿ ਐ ਨਾਨਕ ਹਿੰਦੂ ਮਤ ਅਨੁਸਾਰ, ਰੀਤੀ ਅਨੁਸਾਰ ਜਦੋਂ ਬੱਚਾ ਲਗਭਗ 10 ਸਾਲ ਦਾ ਹੁੰਦਾ ਹੈ ਤੇ ਉਹਨੂੰ ਜਨੇਊ ਪਹਿਨਾ ਕੇ ਹਿੰਦੂ ਧਰਮ ਵਿੱਚ ਪ੍ਰਵੇਸ਼ ਕੀਤਾ ਜਾਂਦਾ ਹੈ। ਉਹਨਾਂ ਚਿਰ ਧਰਮ ਵਿੱਚ ਪ੍ਰਵੇਸ਼ ਨਹੀਂ ਮਿਲਦਾ ਜਿੰਨਾ ਚਿਰ ਜਨੇਊ ਨਾ ਪਹਿਨਿਆ ਜਾਵੇ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਵਾਬ ਦਿੱਤਾ ਪੰਡਤ ਹਰਦਿਆਲ ਨੂੰ ਕਿ ਐ ਪੰਡਤ ਜੀ, ਇਹ ਜਨੇਊ ਪਹਿਨ ਦੇ ਨਾਲ ਹੀ ਧਰਮ ਪ੍ਰਵੇਸ਼ ਹੁੰਦਾ? ਕਹਿੰਦੇ ਹਾਂਜੀ। ਕਹਿੰਦੇ ਮੇਰੀ ਭੈਣ ਨਾਨਕੀ ਮੇਰੇ ਤੋਂ 5 ਸਾਲ ਵੱਡੀ ਆ, ਮੈਂ ਤੇ ਦੇਖਿਆ ਨੂੰ ਤੇ ਗੱਲ ਪਾਇਆ ਹੋਇਆ ਜਨੇਊ, ਉਹਨੇ ਤੇ ਪਹਿਨਿਆ ਨਹੀਂ ਹੈ। ਪਹਿਲਾਂ ਮੇਰੀ ਭੈਣ ਨੂੰ ਪਹਿਨਾਵੋ, ਮੇਰੇ ਤੋਂ 5 ਸਾਲ ਵੱਡੀ ਆ, ਫਿਰ ਮੈਂ ਪਹਿਨਾਂਗਾ। ਪੰਡਤ ਹਰਦਿਆਲ ਕਹਿੰਦਾ, ਐ ਨਾਨਕ ਇਹ ਜਨੇਊ ਕੇਵਲ ਪੁਰਸ਼ ਨੂੰ ਪਾਇਆ ਜਾਂਦਾ ਹੈ,
ਇਸਤਰੀ ਨੂੰ ਨਹੀਂ। ਤੇ ਮਹਾਰਾਜ ਕਹਿੰਦੇ ਫਿਰ ਵਿਤਕਰਾ ਹੈ, ਵਿਤਕਰੇ ਵਾਲਾ ਤੇ ਫਿਰ ਠੀਕ ਨਹੀਂ ਕੰਮ ਤੁਹਾਡਾ। ਕਿ ਮੇਰੀ ਭੈਣ ਹਿੰਦੂ ਮਤ ਚ ਪ੍ਰਵੇਸ਼ ਨਹੀਂ ਹੋਏਗੀ? ਜਦੋਂ ਜਨੇਊ ਅਪਣਾਇਆ ਹੀ ਧਰਮ ਵਿੱਚ ਪ੍ਰਵੇਸ਼ ਹੋਇਆ ਜਾਂਦਾ, ਇਹਦਾ ਕੀ ਕਸੂਰ ਆ? ਇਹਨੂੰ ਕਿਉਂ ਨਹੀਂ ਅਪਣਾਇਆ ਜਾਏਗਾ? ਚਲੋ ਇਹ ਗੱਲ ਮੁੱਕੀ। ਛੱਡੀ ਤੇ ਕਹਿੰਦੇ ਨਾਨਕ ਬਹੁਤੀਆਂ ਗੱਲਾਂ ਨਹੀਂ ਕਰੀਦੀਆਂ ਕਾਕਾ, ਤੈਨੂੰ ਪਤਾ ਨਹੀਂ ਇਹ ਮਰਜ਼ਾਦਾ ਦਾ ਹੈ, ਧਰਮ ਰੀਤੀ ਹੈ। ਫਿਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਹਨ ਪੰਡਤ ਹਰਦਿਆਲ ਨੂੰ ਕਿ ਪੰਡਤ ਜੀ ਇਹ ਦੱਸੋ ਫਿਰ ਇਹ ਜਨੇਊ ਦਾ ਫਾਇਦਾ ਕੀ ਹੈ, ਕਿਉਂ ਪਾਉਣਾ ਗੱਲ ਦੇ ਵਿੱਚ? ਚਲੋ ਭੈਣ ਨੂੰ ਨਹੀਂ ਪਾਉਂਦੇ ਤੁਸੀਂ, ਤੁਹਾਡੀ ਰੀਤੀ ਹੋਏਗੀ, ਧਾਰਮਿਕ ਰੀਤੀ ਅਨੁਸਾਰ ਨਹੀਂ ਪਾਉਂਦੇ ਤੁਸੀਂ, ਪਰ ਮੈਨੂੰ ਪਾਉਣ ਵਾਸਤੇ ਕੀ, ਇਹਦਾ ਫਾਇਦਾ ਕੀ ਹੈ, ਕਿਉਂ ਪਾਉਣਾ, ਇਹਦਾ ਭਾਵ ਅਰਥ ਕੀ ਹੈ? ਤੇ ਗਾੜੀਆਂ ਹਰਦਿਆਲ ਦਾ ਕਹਿੰਦਾ, ਪੰਡਤ ਕਹਿੰਦਾ ਨਾਨਕ ਇਹ ਜਿਹੜਾ ਜਨੇਊ ਆ ਨਾ, ਦਰਗਾਹ ਦੇ ਵਿੱਚ ਇਸ ਮਨੁੱਖ ਦੀ ਸਹਾਇਤਾ ਕਰਦਾ ਹੈ, ਸਹਾਇਕ ਹੁੰਦਾ ਹੈ ਦਰਗਾਹ ਦੇ ਵਿੱਚ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਪੰਡਤ ਹਰਦਿਆਲ ਜੀ ਕਿ ਇਹ ਜਨੇਊ ਮੈਨੂੰ ਦਰਗਾਹ ਦੇ ਵਿੱਚ ਮੇਰੀ ਸਹਾਇਤਾ ਕਰੇਗਾ, ਮੇਰੀ ਹੈਲਪ ਕਰੇਗਾ? ਕਹਿੰਦੇ ਹਾਂ ਬਿਲਕੁਲ। ਕਹਿੰਦੇ ਫੇਰ ਤਾਂ ਠੀਕ ਆ, ਫੇਰ ਤਾਂ ਚੰਗੀ ਗੱਲ ਆ। ਚਲੋ ਜੇ ਮੇਰੀ ਸਹਾਇਤਾ ਕਰੇਗਾ ਦਰਗਾਹ ਦੇ ਵਿੱਚ, ਮੇਰੀ ਹੈਲਪ ਕਰੇਗਾ ਤੇ ਫੇਰ ਤੇ ਪਾਉਣਾ ਚਾਹੀਦਾ, ਜ਼ਰੂਰੀ ਹੈ। ਪਰ ਇੱਕ ਬੇਨਤੀ ਹੈ, ਕਹਿੰਦੇ ਦੱਸੋ? ਕਹਿੰਦੇ ਫਿਰ ਜਿਹੜਾ ਜਦੋਂ ਤੂੰ ਮੈਨੂੰ ਜਨੇਊ ਪਨਾ ਦਿੱਤਾ, ਇਹ ਮੈਲਾ ਤਾਂ ਨਹੀਂ ਹੋਏਗਾ? ਕਹਿੰਦੇ ਨਹੀਂ ਮੈਲਾ ਤਾਂ ਹੋਏਗਾ। ਕਹਿੰਦਾ ਫੇਰ? ਕਹਿੰਦਾ ਧੋਣਾ ਪਵੇਗਾ। ਅੱਛਾ ਚਲੋ ਧੋ ਲਵਾਂਗਾ। ਟੁੱਟੇਗਾ ਤਾਂ ਨਹੀਂ ਨਾ? ਮੈਲਾ ਹੋਏਗਾ ਧੋ ਲਵਾਂਗਾ। ਕਹਿੰਦੇ ਨੇ ਟੁੱਟੇਗਾ ਵੀ, ਗੰਢਣਾ ਪਏਗਾ। ਹੁੰਦਾ ਅੱਛਾ ਗੰਢਣਾ ਮੈਨੂੰ ਪਏਗਾ? ਕਹਿੰਦਾ ਹਾਂਜੀ। ਕਹਿੰਦੇ ਫਿਰ ਚਲੋ ਗੰਢ ਵੀ ਲਵਾਂਗਾ। ਬਾਈ ਦੀ ਮੈਂ ਕਿਤੇ ਇਸ਼ਨਾਨ ਕਰਨਾ ਹੋਵਾ ਕਿਸੇ ਨਦੀ ਵਿੱਚ, ਡੂੰਘੇ ਪਾਣੀ ਵਿੱਚ ਇਸ਼ਨਾਨ ਦੇ ਲੋੜ ਪਵੇ ਕਰਨ ਦੀ, ਜਾਂ ਸੁੱਤੇ ਪਾਣੀ ਚ ਕਿਤੇ ਮਤਲਬ ਪ੍ਰਵੇਸ਼ ਹੋ ਜਾਵਾਂ, ਤੇ ਇਹ ਜਿਹੜਾ ਜਨੇਊ ਆ ਪਾਣੀ ਰੋੜੇਗਾ ਤਾਂ ਨਹੀਂ ਨਾ? ਕਹਿੰਦਾ ਨਹੀਂ ਪਾਣੀ ਤਾਂ ਰੋੜੇਗਾ, ਪਾਣੀ ਤੋਂ ਬਚਾ ਕੇ ਰੱਖਣਾ ਪਵੇਗਾ। ਕਹਿੰਦੇ ਅੱਛਾ ਪਾਣੀ ਤੋਂ ਮੈਨੂੰ ਬਚਾਉਣਾ ਪਵੇਗਾ। ਅੱਛਾ ਹੋਰ ਦੱਸੋ ਫਿਰ ਇਹ ਜਿਹੜਾ ਜਨੇਊ ਆ ਇਹਨੂੰ ਅੱਗ ਤਾਂ ਨਹੀਂ ਸਾੜ ਸਕੇਗੀ? ਕਹਿੰਦੇ ਨਹੀਂ ਅੱਗ ਨਹੀਂ ਸਾੜੇਗੀ, ਅੱਗ ਤੋਂ ਬਚਾਉਣਾ ਪਵੇਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਸਾਰੇ ਜਵਾਬ ਲੈ ਲਏ ਉਹਦੇ ਕੋਲੋਂ। ਫਿਰ ਸਤਿਗੁਰੂ ਕਹਿੰਦੇ ਐ ਪੰਡਤ ਜੀ ਮੈਨੂੰ ਦੱਸੋ ਕਿ ਜਿਹੜਾ ਜਨੇਊ ਮੈਲਾ ਵੀ ਹੋਵੇ ਧੋਣਾ ਮੈਨੂੰ ਪੈਣਾ ਵਾ, ਟੁੱਟ ਜੇ ਗੰਢਣਾ ਮੈਨੂੰ ਪੈਣਾ ਵਾ, ਤੇ ਅੱਗ ਤੋਂ ਮੈਨੂੰ ਬਚਾਉਣਾ ਪੈਣਾ ਵਾ, ਪਾਣੀ ਤੋਂ ਮੈਨੂੰ ਬਚਾਉਣਾ ਪੈਣਾ, ਤੇ ਮੇਰੀ ਉੱਥੇ ਦਰਗਾਹ ਸਹਾਇਤਾ ਕੀ ਕਰੇਗਾ? ਇੱਥੇ ਤੇ ਮੈਨੂੰ ਮੇਰੇ ਇਹਦੀ ਹੈਲਪ ਮੈਨੂੰ ਕਰਨੀ ਪੈਣੀ ਹੈ, ਤੇ ਉੱਥੇ ਦਰਗਾਹ 'ਚ ਮੇਰੀ ਹੈਲਪ ਕਿਸ ਤਰ੍ਹਾਂ ਕਰੇਗਾ? ਜਿਹੜਾ ਤਪੀਨਾ ਇਹਨੂੰ ਅੱਗੇ ਸਾੜੇਗੀ, ਜਦੋਂ ਮੇਰਾ ਸੰਸਕਾਰ ਹੋਇਆ ਤੇ ਇੱਥੇ ਸੜ ਜਾਣਾ ਵਿੱਚ ਹੀ, ਫਿਰ ਨਾਲ ਕਿਤਨਾ ਜਾਏਗਾ? ਇਸ ਕਰਕੇ ਇਹ ਪੰਡਤ ਜੀ ਮੈਂ ਇਹਦੀ ਨਰਾਦਰੀ ਨਹੀਂ ਕਰਦਾ ਜਨੇਊ ਦੀ। ਜਨੇਊ ਮਾੜੀ ਚੀਜ਼ ਨਹੀਂ ਹੈ, ਪਰ ਇਹ ਗੱਲ ਹੈ ਕਿ ਜਨੇਊ ਮੈਨੂੰ ਪਨਾ ਦੇ, ਪਰ ਉਹ ਇਸ ਤਰ੍ਹਾਂ ਦਾ ਪਨਾ। ਕਿਸ ਤਰ੍ਹਾਂ ਦਾ ਦੱਸੋ? ਕਹਿੰਦੇ ਜਿਹਨੂੰ ਅੱਗ ਨਾ ਸਾੜ ਸਕੇ, ਜਿਹਨੂੰ ਪਾਣੀ ਨਾ ਰੋੜ ਸਕੇ, ਜਿਹੜਾ ਮੈਲਾ ਨਾ ਹੋਵੇ, ਜਿਹੜਾ ਟੁੱਟੇ। ਜੇ ਐਸਾ ਤੇਰੇ ਕੋਲ ਹੈ ਜਨੇਊ ਤੇ ਮੈਨੂੰ ਗੱਲ 'ਚ ਪਾ ਦੇ। ਹਰਦਿਆਲ ਗਾੜੀ ਕਹਿੰਦਾ ਨਾਨਕ ਉਹ ਕਿਹੜਾ ਜਨੇਊ ਆ ਜਿਹਨੂੰ ਮਤਲਬ ਜਿਹੜਾ ਮੈਲਾ ਨਾ ਹੁੰਦਾ, ਉਹ ਟੁੱਟੇ ਨਾ, ਅੱਗ ਨਾ ਸਾੜੇ, ਪਾਣੀ ਨਾ ਰੋੜੇ? ਮੈਂ ਤੇ ਅਜੇ ਤੱਕ ਵੇਖਿਆ ਤਾਂ ਦੂਰ ਦੀ ਗੱਲ ਆ ਨਾ, ਵੇਖਣਾ ਤਾਂ ਮੈਂ ਕਿੱਥੋਂ ਹੀ ਇਹੋ ਜਿਹਾ ਜਨੇਊ ਜਿਹੜਾ ਜਿਹਨੂੰ ਅੱਗ ਨਾ ਸਾੜੇ, ਪਾਣੀ ਨਾ ਰੋੜੇ। ਪਰ ਮੈਂ ਤਾਂ ਸੁਣਿਆ ਵੀ ਨਹੀਂ ਇਹੋ ਜਿਹਾ ਵੀ ਜਨੇਊ ਹੈ। ਮੈਂ ਤਾਂ ਸੁਣਿਆ ਵੀ ਨਹੀਂ ਅਜੇ ਤੱਕ। ਇਹ ਮੈਂ ਤੇਰੀ ਰਸਨਾ ਨੂੰ ਸੁਣਿਆ ਪਹਿਲੀ ਵਾਰ। ਕਿੱਥੇ ਪੰਡਤ ਵਿਦਵਾਨ ਆ, ਕਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰੀ ਤੌਰ ਤੇ ਮਤਲਬ ਬਚਪਨ ਵਿੱਚ ਬਾਲਕ ਆ। ਤੇ ਇਹ ਨਾਨਕ ਤੂੰ ਦੱਸ ਮੈਨੂੰ, ਫਿਰ ਮੈਂ ਤੇ ਨਹੀਂ ਸੁਣਿਆ ਇਹੋ ਜਿਹਾ ਜਨੇਊ, ਤੇ ਕੋਈ ਹੈਗਾ ਤੇ ਦੱਸੇਗਾ ਮੈਨੂੰ।
ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਣ ਫਿਰ ਦੱਸ ਦੇ ਤੈਨੂੰ ਜਿਹੜਾ ਮੈਨੂੰ ਅਪਣਾਉਣਾ ਹੀ ਹੈ ਤੂੰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਚਾਰਨ ਕੀਤੀ ਹੈ। ਸ਼ਲੋਕ ਮਹਲਾ ਪਹਿਲਾ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ। ਕਿ ਦਇਆ ਦੀ ਕਪਾਹ ਦਾ ਬਣਿਆ ਹੋਵੇ ਸੂਤ, ਦਇਆ ਕਪਾਹ ਸੰਤੋਖ ਸੂਤ, ਸੰਤੋਖ ਦਾ ਸੂਤ ਹੋਵੇ, ਜਤ ਦੀਆਂ ਗੰਢਾਂ ਦਿੱਤੀਆਂ ਹੋਣ, ਸਤ ਦਾ ਵਟ ਦਿੱਤਾ ਹੋਵੇ। ਐਸਾ ਜਿਹੜਾ ਜਨੇਊ ਹੈ ਨਾ, ਉਹ ਅਸਲ ਜਨੇਊ ਹੈ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ। ਜੇ ਹੈਗਾ ਹੈ ਮੇਰੇ ਗੱਲ ਚ ਪਾ ਦੇ। ਸੋ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਇਹ ਗੱਲ ਕਹੀ ਹੈ ਕਿ ਜੇ ਧਰਮ ਵਿੱਚ ਪ੍ਰਵੇਸ਼ ਹੋਣਾ ਨਾ, ਇਹ ਗੱਲ ਉਹਨਾਂ ਵਾਸਤੇ, ਮੈਂ ਆਪਣੇ ਵਾਸਤੇ ਵੀ ਕਰਾਂਗਾ ਬਾਅਦ ਚ। ਤੁਹਾਨੂੰ ਆਖਿਓ ਨਾ ਵੀ ਇੱਕ ਧਰਮ ਦੀ ਗੱਲ ਕੀਤੀ ਹੈ ਤੇ ਆਪਣੇ ਲਈ ਕੀਤੀ। ਆਪਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ 10ਵੇਂ ਜਾਮੇ ਵਿੱਚ 5 ਕਕਾਰੀ ਜਨੇਊ ਦਿੱਤਾ। ਇਹ ਵੀ ਕਲਾ ਜਨੇਊ ਨਹੀਂ ਹੈ, ਇਹ ਵੀ ਇਹਦੇ ਵਿੱਚ ਸਿਧਾਂਤ ਹੈ। ਮੇਰਾ ਕਹਿਣ ਦਾ ਭਾਵ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਐਸਾ ਤੇਰੇ ਕੋ ਹੈ ਜਨੇਊ ਤੇ ਮੇਰੇ ਗਲ ਚ ਪਾ ਦੇ। ਇਹ ਨਾ ਟੁੱਟੇਗਾ, ਨਾ ਮੈਲਾ ਹੋਵੇਗਾ, ਨਾ ਇਹਨੂੰ ਅੱਗ ਸਾੜ ਸਕੇਗੀ, ਨਾ ਇਹਨੂੰ ਪਾਣੀ ਰੋੜ ਸਕੇਗਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ। ਨਾ ਇਹ ਟੁੱਟੈ, ਨਾ ਮਲ ਲੱਗਾ, ਨਾ ਉਹ ਜਲੇ न ਜਾਏ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਉਹ ਮਨੁੱਖ ਧੰਨਤਾ ਦੇ ਯੋਗ ਹੈ ਜਿਹੜਾ ਐਸਾ ਜਨੇਊ ਪਹਿਨਦਾ ਹੈ। ਕੱਲਾ ਜਨੇਊ ਨਹੀਂ ਪਹਿਨਣਾ, ਜਨੇਊ ਦਾ ਸਿਧਾਂਤ ਵੀ ਪਹਿਨਣਾ ਹੈ। ਉੱਥੇ ਗੱਲ ਸਿਧਾਂਤ ਦੀ ਕੀਤੀ ਹੈ ਕਿ ਸਭ ਤੋਂ ਪਹਿਲਾਂ ਜਨੇਊ ਪਹਿਨਣ ਦੇ ਅੰਦਰ, ਪਹਿਨਣ ਵਾਲੇ ਦੇ ਅੰਦਰ ਦਇਆ ਹੋਣੀ ਚਾਹੀਦੀ ਹੈ, ਸੰਤੋਖ ਹੋਣਾ ਚਾਹੀਦਾ ਹੈ। ਜੇ ਦਇਆ ਨਹੀਂ, ਸੰਤੋਖ ਨਹੀਂ, ਫਿਰ ਜਨੇਊ ਪਹਿਨਣ ਦਾ ਕੋਈ ਫਾਇਦਾ ਨਹੀਂ ਹੈ। ਸਿਧਾਂਤ ਹੋਣਾ ਚਾਹੀਦਾ ਹੈ, ਕਿਉਂਕਿ ਧਰਮ ਦੀ ਪਰਿਭਾਸ਼ਾ ਹੀ ਦਇਆ ਤੋਂ ਸ਼ੁਰੂ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਹਨ। ਧੌਲ ਧਰਮ ਦਇਆ ਕਾ ਪੂਤ। ਧਰਮ ਰੂਪੀ ਬੌਲ ਜਿਹੜਾ ਨਾ, ਇਹ ਦਇਆ ਦਾ ਪੁੱਤਰ ਹੈ, ਦਇਆ ਤੋਂ ਪੈਦਾ ਹੋਇਆ। ਸਭ ਤੋਂ ਪਹਿਲਾਂ ਇਨਸਾਨ ਦੇ ਅੰਦਰ ਦਇਆ ਹੁੰਦੀ ਹੈ, ਫਿਰ ਧਰਮ ਪ੍ਰਵੇਸ਼ ਕਰਦਾ ਹੈ। ਜਿਹਦੇ ਅੰਦਰ ਦਇਆ ਨਹੀਂ ਤੇ ਲਿਬਾਸ ਧਰਮ ਵਾਲਾ ਹੋਵੇ, ਉਹ ਕਦੇ ਵੀ ਲਿਬਾਸ ਵਾਲਾ ਤਾਂ ਧਰਮੀ ਵੇਖਣ ਨੂੰ ਤਾਂ ਹੋਏਗਾ, ਲੇਕਿਨ ਅਸਲੀਅਤ ਵਿੱਚ ਉਹ ਧਰਮੀ ਨਹੀਂ ਹੋਏਗਾ। ਉਹਦੇ ਕਰਮ ਧਰਮ ਵਾਲੇ ਨਹੀਂ ਹੋਣਗੇ। ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਹੈ, ਕਰਮ ਧਰਮ ਪਾਖੰਡ ਜੋ ਦਿਸੈ। ਧਰਮ ਦੇ ਕਰਮ ਚ ਪਖੰਡ ਵੀ ਹੈ, ਵਿਖਾਵੇ ਵੀ ਹੈ। ਕਰਮ ਧਨ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ। ਐਸੇ ਧਰਮ ਦੇ ਕਰਮ ਖੰਡ ਦੇ ਰੂਪ ਚ ਕਰਨ ਵਾਲਿਆਂ ਦੇ, ਸਵਾਰਥ ਦੇ ਰੂਪ ਚ ਕਰਨ ਵਾਲਿਆਂ ਦੇ ਨੂੰ ਜਮ ਜਿਹੜਾ ਲੁੱਟ ਲੈਂਦਾ ਹੈ। ਬਚ ਨਹੀਂ ਸਕਦੇ ਐਸੇ ਧਰਮ ਦੇ ਕਰਮ ਕਰਨ ਵਾਲੇ, ਜਿਨ੍ਹਾਂ ਦੇ ਧਰਮ ਦੇ ਕਰਮ ਵਿੱਚ ਕੋਈ ਸਵਾਰਥ ਹੈ, ਕੋਈ ਪਖੰਡ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਤ ਹਰਦਿਆਲ ਨੂੰ ਉਪਦੇਸ਼ ਦਿੱਤਾ ਹੈ। ਜਿਹੜਾ ਪੰਡਤ ਹਰਦਿਆਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਨੇਊ ਪਹਿਨਣ ਵਾਸਤੇ ਆਇਆ, ਤਿਆਰੀ ਕਰਕੇ ਆਇਆ, ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਿਧਾਂਤਕ ਤੌਰ ਤੇ ਜਿਹੜਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜਨੇਊ, ਉਹ ਪਹਿਨ ਲਿਆ ਹੈ। ਸਤਿਗੁਰਾਂ ਦਾ ਉਪਦੇਸ਼ ਗ੍ਰਹਿਣ ਕਰ ਲਿਆ। ਹਰਦਿਆਲ ਵੀ ਸਤਿਗੁਰਾਂ ਦਾ ਸਿੱਖ ਬਣ ਗਿਆ, ਸ਼ਰਧਾਲੂ ਬਣ ਗਿਆ, ਭਾਵਨਾ ਵਾਲਾ ਬਣ ਗਿਆ। ਫਿਰ ਇੱਕ ਕਾਰਨ ਹੋਇਆ, ਮੈਂ ਵਿੱਚੋਂ ਉੱਥੇ ਜਾ ਕੇ ਦੱਸਦਾ ਤੁਹਾਨੂੰ ਆਪ ਜੀ ਨੂੰ। ਜਦੋਂ ਸਤਿਗੁਰਾਂ ਦਾ ਆਨੰਦ ਕਾਰਜ ਹੋਇਆ ਬਟਾਲੇ ਦੀ ਧਰਤੀ ਤੇ, ਉੱਥੇ ਵੀ ਇਹੋ ਹੀ ਝਗੜਾ ਹੋ ਗਿਆ। ਜਦੋਂ ਸਾਡੀ ਮਾਤਾ ਸੁਲੱਖਣ ਜੀ ਨਾਲ ਮਹਾਰਾਜ ਦੇ ਉੱਥੇ ਬੇਦੀ ਦੇ ਦੁਆਲੇ ਹਿੰਦੂ ਮਾਤਮ ਸਾਹਿਬ ਫੇਰੇ ਕਰਨੇ ਸੀਗੇ, ਉੱਥੇ ਵੀ ਪੰਡਤ ਹਰਦਿਆਲ ਸੀਗਾ। ਹੁਣ ਪੰਡਤ ਹਰਦਿਆਲ ਨੂੰ ਇਹ ਤੇ ਪਤਾ ਨਹੀਂ ਵੀ ਜਨੇਊ ਤਾਂ ਦਾਤਾ ਮਾਰ ਰਹਿੰਦੀ ਆ, ਤੇ ਰੀਤੀ ਤੇ ਇਤਨੇ ਕਰਨੀ ਪੈਣੀ ਹੈ ਨਾ ਜੋ ਚੱਲਦੀ ਹੈ, ਬੇਦੀ ਦੇ ਦੁਆਲੇ ਬਕਰਮਾ ਕਰਨੀਆਂ ਪੈਣੀਆਂ। ਤਿਆਰੀ ਕੀਤੀ ਤੇ ਮਾਰੇ ਕਹਿੰਦੇ ਮੈਂ ਤੇ ਬੇਦੀ ਦੁਆਲੇ ਅੱਗੇ ਦੁਆਲੇ ਮੈਂ ਤੇ ਕਰਮਾ ਨਹੀਂ ਕਰਨੀ ਹੈ।
ਹਰਦਿਆਲ ਕਹਿੰਦੇ ਮਹਾਰਾਜ ਦੱਸੋ ਜਿੱਦਾਂ ਤੁਸੀਂ ਅੱਗੇ ਕਿਰਪਾ ਕੀਤੀ ਹੁਣ ਇਹਦੇ ਬਾਰੇ ਦੱਸੋ ਕੀ ਕਰਾਂਗੇ। ਉਹ ਤਾਂ ਤੁਹਾਨੂੰ ਦੱਸ ਦਿੱਤਾ ਇਹਦੇ ਬਾਰੇ ਕੀ ਕਰਾਂਗੇ। ਧੰਨ ਗੁਰੂ ਨਾਨਕ ਦੇਵ ਜੀ ਮਾਸਟਰ ਪਾਸ਼ਾ ਕਹਿੰਦੇ ਵੀ ਇੱਕ ਚੌਂਕੀ ਲੈ ਕੇ ਆਓ ਤੇ ਇੱਕ ਸਵਸਥ ਸੁੰਦਰ ਜਿਹੜਾ ਸੁੱਚਾ ਕੱਪੜੇ ਲੈ ਕੇ ਆਓ। ਰੁਮਾਲ ਲਿਆਂਦਾ ਗਿਆ ਤੇ ਸਤਿਗੁਰਾਂ ਨੇ ਫਿਰ ਚੌਂਕੀ ਦੇ ਉੱਤੇ ਰੁਮਾਲ ਪਾ ਕੇ ਉੱਤੇ ਮੂਲ ਮੰਤਰ ਦਾ ਪਾਠ ਲਿਖ ਕੇ ਇੱਕ ਓਮਕਾਰ ਤੋਂ ਲੈ ਕੇ ਨਾਨਕ ਸਿੱਧੀ ਤੱਕ ਲਿਖ ਕੇ ਤੇ ਉਹ ਚੌਂਕੀ ਤੇ ਰੱਖ ਦਿੱਤਾ ਹੈ। ਉੱਤੇ ਰੁਮਾਲ ਪਾ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਜ ਸਾਡੀ ਮਾਤਾ ਸੁਲੱਖਣੀ ਦੇ ਜਿਹੜੇ ਲਾਵਾਂ ਹਨ ਉਹ ਮੂਲ ਮੰਤਰ ਦੇ ਦੁਆਲੇ ਰਹੀਆਂ। ਮੇਰਾ ਕਹਿਣ ਦਾ ਭਾਵ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦਾ ਇਹ ਹਰਦਿਆਲ ਪੰਡਤ ਵੀ ਬੜਾ ਸ਼ਰਧਾਲੂ ਸੀ। ਪਹਿਲਾ ਕਾਰਨ ਦੇਖ ਕੇ ਉੱਥੇ ਵੀ ਇਹੀ ਬੇਨਤੀ ਕੀਤੀ, ਮਹਾਰਾਜ ਹੁਣ ਦੱਸੋ ਇਹਦੇ ਬਾਰੇ ਵੀ ਗਿਆਨ ਦਿਓ, ਕੀ ਕਰਾਂਗੇ ਹੁਣ। ਇਹ ਤਾਂ ਕਰਨਾ ਹੀ ਪੈਣਾ। ਮਹਾਰਾਜ ਕਹਿੰਦੇ ਨਹੀਂ ਤੇ ਚੌਂਕੀ ਲੈ ਕੇ ਆਓ। ਮੇਰਾ ਕਹਿਣ ਦਾ ਭਾਵ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਐਸੇ ਹਨ ਜਿਹੜੇ ਸਾਰਿਆਂ ਦੇ ਪਖੰਡਾਂ ਨੂੰ ਦੂਰ ਕਰਨ ਵਾਲੇ ਹਨ, ਸਾਰਿਆਂ ਦੀਆਂ ਝੋਲੀਆਂ ਭਰਨ ਵਾਲੇ ਹਨ। ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਦਾ ਨਹੀਂ ਅਨੇਕਾਂ ਦਾ ਆਧਾਰ ਕੀਤਾ ਹੈ। ਮੈਂ ਇੱਥੇ ਥੋੜੀ ਜਿਹੀ ਗੱਲ ਮੈਂ ਫੇਰ ਇੱਥੇ ਆਵਾਂਗਾ, ਪਰ ਮੈਂ ਇੱਥੇ ਵਿਚਾਰ ਕਰਾਂ ਕਿ ਜੇ ਉਦੋਂ ਅਜੇ ਸਿੱਖ ਧਰਮ ਦੀ ਨੀਂਹ ਰੱਖੀ ਹੈ ਸਤਿਗੁਰਾਂ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ, ਤੇ ਸਿੱਖ ਧਰਮ ਨੂੰ ਸੰਪੂਰਨਤਾ 10ਵੇਂ ਜਾਮੇ 'ਚ ਦਿੱਤੀ ਹੈ। ਔਰ ਇਸੇ ਤਰ੍ਹਾਂ ਸਿੱਖ ਨੂੰ ਪੂਰਾ ਸਿੱਖ ਬਣਨ ਵਾਸਤੇ, ਪੂਰਾ ਮਨੁੱਖ ਬਣਨ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ 10 ਜਾਮੇ ਧਾਰਨ ਕੀਤੇ ਔਰ ਲਗਭਗ 250 ਸਾਲ ਲਾਇਆ। ਔਰ ਫਿਰ 10ਵੇਂ ਜਾਮੇ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਖੰਡੇ ਦੀ ਪਹੁਲ ਦਿੱਤੀ ਹੈ। ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ ਹੈ। ਕਿਉਂਕਿ ਅਸਲ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਕੇਵਲ ਸ਼ਬਦ ਨਾਲ ਜੋੜਨ ਦਾ ਉਪਦੇਸ਼ ਦਿੱਤਾ ਸਾਰੇ, ਕਿ ਸ਼ਬਦ ਹੀ ਮਨੁੱਖ ਦਾ ਗੁਰੂ ਹੈ, ਸ਼ਬਦ ਹੀ ਮਨੁੱਖ ਦਾ ਮੂਲ ਆਧਾਰ ਹੈ। ਜਦੋਂ ਸਿੱਧਾਂ ਕੋਲ ਗਏ ਹਨ ਸਮੇਰ ਪਰਬਤ ਤੇ, ਉੱਥੇ ਇਹ ਗੱਲ ਕਹੀ ਸਿੱਧਾਂ ਨੇ, ਐ ਨਾਨਕ ਇਹ ਦੱਸ ਕਿ ਮਨੁੱਖ ਦਾ ਮੂਲ ਆਧਾਰ ਕੀ ਹੈ। ਔਰ ਇਸੇ ਤਰ੍ਹਾਂ ਮਨੁੱਖ ਨੂੰ ਗੁਰੂ ਦਾ ਉਪਦੇਸ਼ ਗ੍ਰਹਿਣ ਦਾ ਸਮਾਂ ਕੀ ਹੈ, ਕਿਸ ਸਮੇਂ ਮਨੁੱਖ ਜਿਹੜਾ ਜੀਵ ਜਿਹੜਾ ਉਹ ਗੁਰੂ ਦਾ ਉਪਦੇਸ਼ ਗ੍ਰਹਿਣ ਕਰ ਸਕਦਾ, ਢੁਕਵਾਂ ਸਮਾਂ ਕਿਹੜਾ ਹੈ। ਔਰ ਪ੍ਰਮਾਤਮਾ ਦਾ ਸਿਮਰਨ ਕਰਨ ਦਾ ਢੁਕਵਾਂ ਸਮਾਂ ਕਿਹੜਾ ਹੈ ਮਨੁੱਖ ਕੋਲ, ਇਹ ਦੱਸੋ। ਔਰ ਇਸੇ ਤਰ੍ਹਾਂ ਤੁਹਾਡਾ ਗੁਰੂ ਕੌਣ ਹੈ, ਜਿਸ ਦੇ ਤੁਸੀਂ ਚੇਲੇ ਹੋ, ਕਿਸ ਨੂੰ ਗੁਰੂ ਧਾਰਨ ਕੀਤਾ ਹੈ। 3 ਸਵਾਲ ਕੀਤੇ ਉਹਨਾਂ ਨੇ। ਸਵਾਲ ਤੇ ਬਹੁਤ ਕੀਤੇ ਸਤਿਗੁਰਾਂ ਨੇ, ਸਿੱਧ ਗੋਸ਼ਟ ਵਿੱਚ ਅੰਕਿਤ ਕੀਤੇ ਹੋਏ ਹਨ, ਪਰ 3 ਸਵਾਲ ਜਿਹੜੇ ਅਹਿਮ ਸਨ ਕਿ ਇੱਕ ਮਨੁੱਖ ਦਾ ਜੀਵ ਦਾ ਮੂਲ ਆਧਾਰ ਕੀ ਹੈ, ਤੇ ਮਨੁੱਖ ਨੂੰ ਗੁਰੂ ਦਾ ਉਪਦੇਸ਼ ਗ੍ਰਹਿਣ ਕਰਨ ਦਾ ਸਮਾਂ ਕੀ ਹੈ, ਪਰਮਾਤਮਾ ਦਾ ਸਿਮਰਨ ਕਰਨ ਦਾ ਸਮਾਂ ਕੀ ਹੈ, ਤੇ ਤੁਹਾਡਾ ਗੁਰੂ ਕੌਣ ਹੈ। ਇਹ 3 ਸਵਾਲ ਕੀਤੇ ਹਨ ਜਿਹੜੇ ਅਹਿਮ ਸਨ। ਕੌਣ ਮੂਲ, ਕੌਣ ਮਤ ਵੇਲਾ, ਤੇਰਾ ਕੌਣ ਗੁਰੂ, ਜਿਸ ਦਾ ਤੂੰ ਚੇਲਾ। 3 ਸਵਾਲ ਇਹਦੇ ਵਿੱਚ। ਕੌਣ ਮੂਲ ਭਾਵ ਕਿ ਮਨੁੱਖ ਦਾ ਮੂਲ ਆਧਾਰ ਕੀ ਹੈ, ਕੌਣ ਮਤ ਵੇਲਾ ਉਹ ਸਮਾਂ ਕਿਹੜਾ ਹੈ ਜਿਸ ਸਮੇਂ ਗੁਰੂ ਦਾ ਉਪਦੇਸ਼ ਗ੍ਰਹਿਣ ਕੀਤਾ ਜਾ ਸਕੇ, ਉਹ ਦੱਸੋਗੇ, ਪਤਾ ਹੈ ਤੁਹਾਨੂੰ। ਔਰ ਇਸੇ ਤਰ੍ਹਾਂ ਤੁਹਾਡਾ ਗੁਰੂ ਕੌਣ ਹੈ, ਕਿਹਨੂੰ ਧਾਰਨ ਕੀਤਾ ਹੈ। ਤੇ ਸਤਿਗੁਰਾਂ 3 ਸਵਾਲਾਂ ਦਾ ਜਵਾਬ ਦਿੱਤਾ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਪਵਨ ਆਰੰਭ ਭਾਵ ਕਿ ਸਾਡਾ ਸ਼ਬਦ ਹੀ ਗੁਰੂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਗੁਰੂਆਂ ਦੇ ਗੁਰੂ ਕਾਲੀ ਹੱਥ ਕਥਨੀ ਨਹੀਂ ਹੈ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਸ਼ਬਦ ਨੂੰ ਹੀ ਗੁਰੂ ਦੱਸਿਆ ਕਿ ਸਾਡਾ ਸ਼ਬਦ ਗੁਰੂ ਹੈ। ਉੱਥੇ ਸਭ ਤੋਂ ਪਹਿਲਾਂ ਦੱਸਿਆ ਪਵਨ ਆਰੰਭ ਭਾਵ ਕਿ ਜੀਵ ਦਾ ਮੂਲ ਆਧਾਰ ਜਿਹੜਾ ਉਹ ਸ਼ਬਦ ਹੈ, ਤੇ ਮਨੁੱਖ ਦਾ ਜਿਹੜਾ ਜੀਵਨ ਹੈ ਨਾ, ਜਨਮ ਤੋਂ ਲੈ ਕੇ ਮੌਤ ਤੱਕ, ਇਹ ਮਨੁੱਖਾ ਜੀਵਨ ਹੀ ਸਾਰਾ ਸਮੁੱਚਾ ਗੁਰੂ ਦਾ ਉਪਦੇਸ਼ ਗ੍ਰਹਿਣ ਕਰਨ ਵਾਸਤੇ ਹੈ, ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਹੈ। ਸਮੁੱਚਾ ਜੀਵਨ ਕੋਈ ਸਮਾਂ ਤੇ ਨਹੀਂ, ਕੋਈ 2 ਘੰਟੇ, ਅੱਧਾ ਘੰਟਾ, ਜੇ ਸਵੇਰੇ ਜੇ ਸ਼ਾਮ ਨੂੰ ਕਲਾ ਨਹੀਂ। ਇਹ ਵੈਸੇ ਮਨੁੱਖਾ ਜੀਵਨ ਹੀ ਸਮੁੱਚਾ ਜਿਹੜਾ ਅੰਮ੍ਰਿਤ ਵੇਲਾ ਹੈ।
ਸਮੁੱਚੇ ਜੀਵਨ ਵਿੱਚ ਹੀ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਨਾ ਹੈ। ਔਰ ਸਾਡਾ ਸ਼ਬਦ ਗੁਰੂ ਹੈ ਤੇ ਸੁਰਤ ਨੂੰ ਚੇਲਾ ਬਣਾਇਆ ਹੋਇਆ। ਬਸ ਤਿੰਨੇ ਸਵਾਲਾਂ ਦੇ ਜਵਾਬ ਦਿੱਤੇ ਸਤਿਗੁਰਾਂ ਨੇ। ਇਸੇ ਤਰ੍ਹਾਂ ਸਤਿਗੁਰਾਂ ਨੇ ਜੀਵਾਂ ਨੂੰ ਕੇਵਲ ਸ਼ਬਦ ਗੁਰੂ ਨਾਲ ਜੋੜਿਆ, ਕਿਸੇ ਵਿਅਕਤੀ ਨਾਲ ਨਹੀਂ ਜੋੜਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਸਾਰੀ ਧਰਤੀ ਦਾ ਭਰਮਣ ਕੀਤਾ। ਮੈਂ ਗੱਲ ਫਿਰ ਉੱਥੇ ਆਉਣਾ ਸੀ ਕਿ ਸ਼ਬਦ ਨਾਲ ਜੋੜਨ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਗੁਰੂ ਧਾਰਨ ਵਾਸਤੇ ਸਤਿਗੁਰਾਂ ਨੇ 10 ਜਾਮੇ ਧਾਰਨ ਕੀਤੇ ਹੈ। 10ਵੇਂ ਜਾਮੇ 'ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ 5 ਤੋਂ ਸੀਸ ਲਏ ਹਨ। ਸੀਸ ਲੈ ਕੇ ਤੇ ਫਿਰ ਖੰਡੇ ਦੀ ਪਹੁਲ ਦਿੱਤੀ ਹੈ। ਹੁਣ ਇੱਥੇ ਆਪਾਂ ਝਾਤੀ ਮਾਰੀਏ ਤਾਂ ਸਿਧਾਂਤ ਉਹੀ ਹੈ ਜਿਹੜਾ ਪੰਡਤ ਹਰਦਿਆਲ ਨੂੰ ਕਿਹਾ ਹੈ, ਜਿਹੜਾ ਉਪਦੇਸ਼ ਪੰਡਤ ਹਰਦਿਆਲ ਨੂੰ ਦਿੱਤਾ ਹੈ ਜਿਹਨੂੰ ਪਹਿਨਣ ਦੇ ਸਮੇਂ। ਔਰ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ 10ਵੇਂ ਜਾਮੇ ਵਿੱਚ ਜਦੋਂ ਸੀਸ ਦੀ ਮੰਗ ਕੀਤੀ ਹੈ, ਲਗਭਗ 80,000 ਦਾ ਇਕੱਠ ਹੈ ਸੰਗਤ ਦਾ, ਤੇ ਸਤਿਗੁਰਾਂ ਨੇ ਆਪਣੀ ਮਿਆਨ ਤੋਂ ਸ੍ਰੀ ਸਾਹਿਬ ਕੱਢਿਆ ਔਰ ਨੰਗੀ ਸ੍ਰੀ ਸਾਹਿਬ ਕਰਕੇ ਐਲਾਨ ਕੀਤਾ ਕਿ ਸਾਨੂੰ ਇੱਕ ਸਿਰ ਦੀ ਲੋੜ ਹੈ। ਤੇ ਸਭ ਤੋਂ ਪਹਿਲਾਂ ਕੌਣ ਆਇਆ ਸੀਸ ਦੇਣ ਵਾਸਤੇ? ਸਤਿਗੁਰਾਂ ਨੇ ਆਵਾਜ਼ ਨਹੀਂ ਦਿੱਤੀ ਕਿ ਫਲਾਣਾ ਚਾਹੀਦਾ ਸਾਨੂੰ, ਭਾਵ ਕਿ ਦਇਆ ਦੇ ਰੂਪ ਚ ਦਇਆ ਰਾਮ ਚਾਹੀਦਾ ਤੂੰ ਆ, ਇਸ ਤਰ੍ਹਾਂ ਨਹੀਂ ਕਿਹਾ। ਸਮੁੱਚੀ ਸੰਗਤ ਨੂੰ ਸੰਬੋਧਨ ਕਰਕੇ ਕਿਹਾ ਕਿ ਸੀਸ ਦੀ ਲੋੜ ਹੈ। 80,000 ਦੇ ਵਿੱਚੋਂ ਕੋਈ ਨਹੀਂ ਉੱਠਿਆ। ਦੂਜੀ ਆਵਾਜ਼ ਫੇਰ ਦਿੱਤੀ ਹੈ, ਫੇਰ ਨਹੀਂ ਕੋਈ ਉੱਠਿਆ। ਤੀਜੀ ਆਵਾਜ਼ ਫੇਰ ਦਿੱਤੀ ਹੈ ਸਤਿਗੁਰਾਂ ਨੇ, 10ਵੇਂ ਗੁਰੂ ਨਾਨਕ ਨੇ, ਤੇ ਫਿਰ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਜੀ ਉੱਠੇ ਆਣ ਕੇ ਬੇਨਤੀ ਕੀਤੀ, ਮਾਸਟਰ ਪਾਸ਼ਾ ਗੁਸਤਾਖੀ ਮਾਫ ਕਰਿਓ, ਮੈਂ ਤੁਹਾਡੇ ਪਹਿਲੇ ਬਚਨ ਦੇ ਨਾਲ ਤੁਹਾਡੇ ਪਹਿਲੇ ਬਚਨ ਦੀ ਪਾਲਣਾ ਨਹੀਂ ਕੀਤੀ। ਫਿਰ ਦੂਸਰੇ ਦਿਨ ਹੀ ਕੀਤੀ, ਮਹਾਰਾਜ ਮੈਂ ਤੀਜੇ ਬਚਨ ਤੇ ਮੈਂ ਆਇਆ, ਮੇਰੇ ਕੋਲ ਗੁਸਤਾਖੀ ਹੋਈ ਹੈ, ਭੁੱਲ ਹੋਈ ਹੈ, ਮਾਫ ਕਰ ਦੇਣਾ, ਮੇਰਾ ਸੀਸ ਹਾਜ਼ਰ ਹੈ। ਸਤਿਗੁਰੂ ਆਖਦੇ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਭਾਵ। ਜਿਹਨਾਂ ਨੂੰ ਇਹ ਅਹਿਸਾਸ ਹੋ ਜਾਂਦਾ ਨਾ ਕਿ ਸੀਸ ਦੇ ਕੇ ਵੀ ਗੁਰੂ ਨੂੰ ਭਾ ਜਾਈਏ, ਚੰਗੇ ਲੱਗ ਜਾਈਏ, ਸਸਤਾ ਸੌਦਾ। 80,000 ਚੋਂ 5 ਹੀ ਨਿਕਲੇ ਗਲੇ ਸੀਸ ਦੇ ਕੇ ਸੌਦਾ ਲੈਣ ਵਾਸਤੇ। ਔਰ ਸਭ ਤੋਂ ਪਹਿਲਾਂ ਦਇਆ ਦੇ ਰੂਪ ਚ ਭਾਈ ਦਇਆ ਰਾਮ ਜੀ ਆਏ ਹਨ, ਧਰਮਚੰਦ ਜੀ ਬਾਅਦ ਚ ਆਏ। ਕਹਿਣ ਦਾ ਭਾਵ ਕਿ ਧਰਮ ਤੋਂ ਪਹਿਲਾਂ ਦਇਆ ਹੈ, ਦਇਆ ਹੀ ਧਰਮ ਦੀ ਮਾਂ ਹੈ, ਧਰਮ ਦਇਆ ਦਾ ਪੁੱਤਰ ਹੈ, ਧੌਲ ਧਰਮ ਦਇਆ ਕਾ ਪੂਤ। ਇਸੇ ਤਰ੍ਹਾਂ ਜਿਹਦੇ ਅੰਦਰ ਭਾਈ ਦਇਆ ਹੈ ਉਹੀ ਧਰਮ ਦੀ ਕਮਾਈ ਕਰ ਸਕਦਾ, ਧਰਮ ਨੂੰ ਕਮਾ ਸਕਦਾ ਹੈ। ਜਿਹਦੇ ਅੰਦਰ ਦਇਆ ਨਹੀਂ ਹੈ ਉਹ ਲਿਬਾਸ ਤਾਂ ਭਾਵੇਂ ਬਣਾਈ ਫਿਰੇਗਾ, ਸਾਨੂੰ ਦੇਗਾ ਧਰਮੀ ਹੈ, ਪਰ ਉਹਦੇ ਅੰਦਰ ਧਰਮ ਵਾਲੇ ਕਰਮ ਨਹੀਂ ਹੋਣਗੇ। ਉਹ ਧਰਮ ਦਾ ਕਰਮ ਹੀ ਪਹਿਲਾਂ ਦਇਆ ਹੈ, ਤੇ ਜਿਹਦੇ ਕੋਲ ਦਇਆ ਹੈ ਉਹੀ ਧਰਮ ਕਮਾ ਸਕਦਾ ਹੈ। ਬੜਾ ਵੱਡਾ ਸਿਧਾਂਤ ਹੈ। ਕੱਲਾ 5 ਕਕਾਰ ਪਹਿਨ ਲੈਣੇ ਇਹ ਸੰਪੂਰਨਤਾ ਨਹੀਂ ਹੈ, ਇਹ ਤਾਂ ਜੀਵਨ ਦੀ ਰਮਤਾ ਹੈ। ਜੇ ਕੋਈ ਪਹਿਲੀ ਕਲਾਸ ਵਿੱਚ ਜਾਂ ਕਿਸੇ ਕਾਲਜ ਵਿੱਚ ਜਦੋਂ ਜਾਂਦਾ ਡਿਗਰੀ ਹਾਸਲ ਕਰਨ ਵਾਸਤੇ, ਤਾਂ ਸਭ ਤੋਂ ਪਹਿਲਾਂ ਦਾਖਲਾ ਲੈਂਦਾ। ਡਿਗਰੀ ਨਹੀਂ ਉਸ ਵੇਲੇ ਮਿਲਦੀ ਕਿ ਮੈਂ ਦਾਖਲਾ ਲੈ ਲਿਆ ਤਾਂ ਮੈਨੂੰ ਡਿਗਰੀ ਦੇ ਦਿਓ। ਉੱਥੇ ਪਹਿਲਾਂ ਤੁਹਾਨੂੰ ਪੜ੍ਹਨਾ ਪਵੇਗਾ ਸਾਰਾ ਸਿਲੇਬਸ, ਫਿਰ ਟੈਸਟ ਦੇਣਾ ਪਵੇਗਾ। ਸਿਲੇਬਸ ਪੜ੍ਹਿਆ ਗਿਆ ਕਿ ਉੱਥੇ ਬੰਦ ਹੀ ਰੱਖਿਆ, ਫਿਰ ਉਹਨੂੰ ਪਾਸ ਕਰਨਾ ਪਵੇਗਾ ਤਾਂ ਫਿਰ ਡਿਗਰੀ ਮਿਲਦੀ ਹੈ। ਇਸੇ ਤਰ੍ਹਾਂ ਇਹ ਸਾਡੇ ਜਿਹੜੇ 5 ਕਕਾਰੀ ਰਹਿਤ ਹੈ, ਇਹਦਾ ਵੀ ਬੜਾ ਸਿਧਾਂਤ ਹੈ। ਕੇਵਲ ਇਹ ਨਹੀਂ ਗਾਤਰੇ ਕਿਰਪਾਨ ਪਾ ਲਈ ਹੈ ਤੇ ਠੀਕ ਹੋਣਾ ਹੀ ਧਰਮੀ ਹੋ ਗਏ ਆ। ਇਹਦੇ ਵਿੱਚ ਬਹੁਤ ਵੱਡਾ ਸਿਧਾਂਤ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਕਿਰਪਾਨ ਭਾਵ ਕੇ ਆਪਣੀ ਆਨ ਸ਼ਾਨ ਨੂੰ ਰੱਖਣ ਵਾਸਤੇ ਔਰ ਦੂਸਰੇ ਮਜ਼ਲੂਮ ਤੇ ਕਿਰਪਾ ਕਰਨ ਵਾਸਤੇ, ਰੱਖਿਆ ਕਰਨ ਵਾਸਤੇ। ਇਹ ਨਹੀਂ ਕਿ ਕਿਸੇ ਦੁਸ਼ਮਣ ਨੂੰ ਮਾਰਨ ਵਾਸਤੇ, ਕਿਸੇ ਸ਼ਰੀਕੇ ਭਾਈ ਨੂੰ, ਕਿਸੇ ਭਰਾ ਦਾ ਕਤਲ ਕਰਨ ਵਾਸਤੇ ਨਹੀਂ ਹੈ। ਇਹ ਕੇਵਲ ਧਰਮ ਜੂਝਣ ਵਾਸਤੇ, ਧਰਮ ਦੀ ਰੱਖਿਆ ਕਰਨ ਵਾਸਤੇ
ਕਿਸੇ ਮਜਲੂਮ ਦੀ ਰੱਖਿਆ ਕਰਨ ਵਾਸਤੇ ਵਰਤੀ ਜਾ ਸਕਦੀ ਹੈ। ਔਰ ਇਸੇ ਤਰ੍ਹਾਂ ਕਛਹਿਰਾ ਜੱਟ ਦੀ ਨਿਸ਼ਾਨੀ ਹੈ। ਜਿਹੜੇ ਗੁਰੂ ਕੇ ਸਿੱਖ ਨਾਮ ਛਕ ਲਿਆ ਉਹਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜਿਹੜਾ ਕਛਹਿਰਾ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਜੱਟ ਦੀ ਨਿਸ਼ਾਨੀ ਹੈ ਕਿ ਸਿੱਖ ਨੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਬਖਾਣਾ। ਭਾਵ ਕਿ ਜਿਸ ਬੀਬੀ ਨਾਲ ਆਨੰਦ ਕਾਰਜ ਹੋਏਗਾ ਸਿੱਖ ਦੀ ਧਰਮ ਪਤਨੀ ਹੈ, ਉੱਤੇ ਵਿਸ਼ਵਾਸ ਰੱਖਣਾ ਹੈ। ਆਪਣੀ ਧਰਮ ਪਤਨੀ ਤੋਂ ਬਗੈਰ ਵੱਡੀਆਂ ਨੂੰ ਮਾਵਾਂ ਦੇ ਬਰਾਬਰ ਔਰ ਬਰਾਬਰ ਦੀਆਂ ਭੈਣਾਂ ਦੇ ਬਰਾਬਰ ਸਮਝਣਾ ਤੇ ਛੋਟੀਆਂ ਨੂੰ ਬੱਚਿਆਂ ਦੇ ਸਮਾਨ ਸਮਝਣਾ ਹੈ। ਇਹ ਸਿਧਾਂਤ ਹੈ। ਔਰ ਇਸੇ ਤਰ੍ਹਾਂ ਜਿਹੜਾ ਕੰਘਾ ਹੈ, ਕੰਘਾ ਜਿਹੜਾ ਇਹ ਸਭ ਤੋਂ ਆਪਣੇ ਸਿਰ ਤੇ ਸ਼੍ਰੋਮਣੀ ਸਜਦਾ ਹੈ, ਕਿਉਂਕਿ ਪਹਿਲਾਂ ਇਹ ਹੈ ਤਾਂ ਲੱਕੜ ਹੀ ਹੈ ਨਾ, ਪਰ ਲੱਕੜ ਨੂੰ ਪਹਿਲਾਂ ਚਰਾਉਣਾ ਪੈਂਦਾ ਉਹਨੂੰ ਆਪਣਾ ਆਪ। ਕੰਘਾ ਆਪ ਚਰਾ ਕੇ ਫਿਰ ਸਿਰ ਤੇ ਸ਼੍ਰੋਮਣੀ ਸਜਦਾ ਹੈ। ਇਸੇ ਤਰ੍ਹਾਂ ਗੁਰੂ ਕੇ ਸਿੱਖ ਨੇ ਕੰਘੇ ਤੋਂ ਸਿੱਖਿਆ ਲੈਣੀ ਹੈ। ਆਪਾਂ ਭਾਵ ਨੂੰ ਮਾਰਨਾ ਹੈ, ਹੰਕਾਰ ਦੀ ਨਿਵਰਤੀ ਕਰਨੀ ਹੈ ਗੁਰੂ ਦੀ ਬਾਣੀ ਪੜ੍ਹ ਕੇ ਸੇਵਾ ਕਰਕੇ, ਕਿਉਂਕਿ ਜਿੱਥੇ ਹੰਕਾਰ ਹੈ ਉੱਥੇ ਪ੍ਰਮਾਤਮਾ ਦਾ ਨਾਮ ਨਹੀਂ ਵਸਦਾ। ਹਉਮੈ ਨਾਵੇ ਨਾ ਵਿਰੋਧ ਹੈ ਦੋਏ ਨਾ ਵਸੇ ਇਕਠਾਏ। ਇਸ ਕਰਕੇ ਭਾਈ ਸੇਵਾ ਕਰਕੇ ਹੀ ਹੰਕਾਰ ਦੀ ਨਿਵਰਤੀ ਹੁੰਦੀ ਹੈ। ਦੋਏ ਕਰਮ ਹਨ, ਸੇਵਾ ਤੇ ਸਿਮਰਨ। ਔਰ ਸਿਮਰਨ ਕਰਨ ਲੱਗਿਆ ਵੀ ਹੰਕਾਰ ਆ ਜਾਂਦਾ ਜੇ, ਸਿਮਰਨ ਕਰਨ ਵਾਲੇ ਨੂੰ ਹੰਕਾਰ ਆ ਜਾਂਦਾ ਜੇ। ਭਾਵੇਂ ਨਮਸਕਾਰ ਕਰਨ ਵਾਸਤੇ ਆਉਂਦਾ ਤੇ ਜੇ ਨਮਸਕਾਰ ਕਰਕੇ ਚਲੇ ਜੇ ਤਾਂ ਠੀਕ ਆ, ਤੇ ਜੇ ਉਹਨੂੰ ਆਪਾਂ ਗਾਲੀ ਲਾ ਲਈ ਕੋਈ ਕਹਿੰਦੇ ਆ ਜਾ ਤੂੰ ਨਮਸਕਾਰ ਕੀਤੀ ਆ ਤੇ ਇਹ ਕਰਕੇ ਹੰਕਾਰ ਸਿਮਰਨ ਕਰਨ ਵਾਲੇ ਨੂੰ ਵੀ ਆ ਜਾਂਦਾ ਜੇ, ਸੇਵਾ ਕਰਨ ਵਾਲੇ ਨੂੰ ਵੀ ਆ ਜਾਂਦਾ। ਤੇ ਗੁਰੂ ਪਿਆਰੇ ਨੇ ਬੜੀ ਸੁੰਦਰ ਗੱਲ ਲਿਖੀ ਹੈ। ਉਹ ਕਹਿੰਦਾ ਗੁਰਮੁਖੋ ਗੁਰੂ ਕੇ ਸਿੱਖੋ ਇੱਕ ਗੱਲ ਨੂੰ ਯਾਦ ਰੱਖਿਓ ਕਿ ਦੋ ਚੀਜ਼ਾਂ ਨੂੰ ਆਪਣਾ ਵਰਤਣਾ ਹੈ। ਦੋ ਚੀਜ਼ਾਂ ਨੂੰ ਸਿੱਖ ਨੇ ਵਰਤਣਾ ਹੀ ਨਹੀਂ, ਵਰਤਣਾ ਨਹੀਂ ਗਾ, ਵਰਤਣਾ ਹੈ। ਕਿਤਨਾ ਵਰਤਣਾ ਹੈ? ਉਹ ਕਹਿੰਦੇ ਵੇਖੋ, ਇੱਕ ਨਿਮਰਤਾ, ਇੱਕ ਹੰਕਾਰ ਹੈ ਬੰਦੇ ਕੋ। ਔਰ ਨਿਮਰਤਾ ਨੂੰ ਦਸਤਾਰ ਬਣਾ ਕੇ ਰੱਖਣਾ ਹੈ ਔਰ ਹੰਕਾਰ ਨੂੰ ਜੁੱਤੀ ਬਣਾ ਕੇ ਰੱਖਣਾ ਹੈ। ਹੰਕਾਰ ਨੂੰ ਜੁੱਤੀ ਸਮਝਣਾ ਹੈ। ਤੇ ਜਦੋਂ ਆਪਣੇ ਘਰੋਂ ਚੱਲਣਾ ਨਾ, ਗੁਰੂ ਦੇ ਦਰ ਤੇ ਆਉਣਾ, ਤੇ ਜਿਸ ਤਰ੍ਹਾਂ ਜੁੱਤੀ ਅੰਦਰ ਹੀ ਨਾ ਆਉਂਦੀ, ਆਪਾਂ ਬਾਹਰ ਜੋੜੇ ਘਰ ਲਾ ਦਿੰਦੇ ਆ, ਉਹ ਕਹਿੰਦੇ ਇਸੇ ਤਰ੍ਹਾਂ ਜਦੋਂ ਹੰਕਾਰ ਨੂੰ ਜੁੱਤੀ ਬਣਾਵੇਗਾ ਨਾ, ਹੰਕਾਰ ਉੱਥੇ ਜੋੜੇ ਘਰ ਹੀ ਰਹੇਗਾ, ਅੰਦਰ ਨਹੀਂ ਆਏਗਾ। ਤੇ ਇਸੇ ਤਰ੍ਹਾਂ ਨਿਮਰਤਾ ਨੂੰ ਪੱਗ ਬਣਾ ਕੇ ਰੱਖਣਾ। ਫਿਰ ਇਹ ਜਿਹੜੀ ਪੱਗ ਵਾਲੀ ਨਿਮਰਤਾ ਗੁਰੂ ਦੇ ਚਰਨਾਂ 'ਚ ਢਹਿੰਦੀ ਹੈ, ਨਿਮਦੀ ਹੈ। ਮੈਂ ਤੁਹਾਡੇ ਤੋਂ ਪ੍ਰਭਾਵਿਤ ਹਾਂ। ਗੱਲ ਤੁਹਾਡੇ ਦੇ ਆਉਣ ਤੋਂ ਕੀ ਹੈ ਕਿ ਗੁਰਦੁਆਰੇ ਤੇ ਸੋਝੀ ਲੈਣ ਵਾਸਤੇ ਹੈ। ਜੇ ਇੱਥੇ ਹੀ ਹੰਕਾਰ ਆ, ਇੱਥੇ ਹੀ ਈਰਖਾ, ਇੱਥੇ ਪਾਰਟੀਬਾਜ਼ੀ ਹੈ, ਇੱਥੇ ਪ੍ਰਧਾਨਗੀਆਂ ਦੇ ਸੈਕਟਰੀਆਂ ਦੇ ਝਗੜੇ ਆ, ਤੇ ਭਾਈ ਫਿਰ ਝਗੜੇ ਨਿਬੜਨਗੇ ਕਿੱਥੋਂ? ਤੁਹਾਡੇ ਈਰਖਾ ਤੋਂ ਰਾਹ ਕਿੱਥੋਂ ਹੋਗੇ? ਜੇ ਗੁਰੂ ਦੇ ਦਰ ਤੇ ਆ ਕੇ ਵੀ ਤੁਸੀਂ ਇਹੋ ਹੀ ਹੰਕਾਰ 'ਚ ਹੋ। ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰ ਦੇ ਵਿੱਚ ਇੱਥੇ ਕੋਈ ਪ੍ਰਧਾਨ ਨਹੀਂ ਹੈ। ਮਾਫ ਕਰਨਾ, ਦਾਸ ਦੀ ਡਿਊਟੀ ਕਾਦ ਸਾਹਿਬ ਦੇ ਲੰਮਾ ਸਮਾਂ ਰਹੀ। ਮੈਂ ਉੱਥੇ 18 ਸਾਲ ਗੁਰੂ ਸਾਹਿਬ ਨੇ ਮੈਨੂੰ ਆਪਣੇ ਚਰਨਾਂ 'ਚ ਰੱਖਿਆ, 6ਵੇਂ ਪਾਤਸ਼ਾਹ ਨੇ। ਤੇ ਉੱਥੇ ਮੈਂ ਆਪਣੇ ਜਿਹੜੇ ਨਾਲ ਦੇ ਸਾਡੇ ਸਾਥੀ ਸਨ ਡਿਊਟੀ ਕਰਨ ਵਾਲੇ, 40-50 ਸਿੰਘ ਆ ਕਾਦ ਸਾਹਿਬ ਤੇ ਜਿੰਨੇ ਮੁਲਾਜ਼ਮ ਆ, ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੁੰਦਾ, ਗੁਰਮੁਖੋ ਆਪਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਅਸੀਂ ਨੌਕਰ ਆ, ਕਿ ਨੌਕਰ ਦਾ ਕੀ ਭਾਸ਼ਾ ਹੁੰਦੀ ਹੈ ਕਿ ਨੌਕਰ ਨੇ ਆਪਣੇ ਮਾਲਕ ਦੀ ਵਫਾਦਾਰੀ ਕਰਨੀ ਹੈ, ਉਹਦੀ ਦਾਰੀ ਕਰਨੀ ਹੈ, ਵਫਾਦਾਰੀ ਨਾਲ ਕੰਮ ਕਰਨਾ, ਇਮਾਨਦਾਰੀ ਨਾਲ ਕੰਮ ਕਰਨਾ, ਤੇ ਆਪਣੇ ਮਾਲਕ ਦੇ ਹੁਕਮ 'ਚ ਰਹਿਣਾ ਹੈ। ਤੇ ਮੈਂ ਸਭ ਤੋਂ ਪਹਿਲਾਂ ਅਹਿਸਾਸ ਹੋਣਾ ਚਾਹੀਦਾ ਸਾਨੂੰ ਕਿ ਅਸੀਂ ਨੌਕਰ ਆ। ਜਦ ਨੌਕਰ ਦਾ ਅਹਿਸਾਸ ਆਇਆ ਤੇ ਫਿਰ ਇਹ ਅਹਿਸਾਸ ਹੋਣਾ ਚਾਹੀਦਾ ਨੌਕਰ ਦਾ ਫਰਜ਼ ਕੀ ਹੈ, ਨੌਕਰ ਨੇ ਕਰਨਾ ਕੀ ਹੈ। ਤੇ ਤੀਜੇ ਨੰਬਰ ਤੇ ਨੌਕਰ ਨੂੰ ਇਹ ਪਤਾ ਹੋਣਾ ਚਾਹੀਦਾ ਮਾਲਕ ਕੌਣ ਹੈ। ਇਸ ਕਰਕੇ ਮੈਂ ਗੁਰਮੁਖੋ ਆਪਾਂ ਕਿਸੇ ਫੈਕਟਰੀ ਦੇ ਵਿੱਚ ਮੁਲਾਜ਼ਮ ਨਹੀਂ ਹਾਂ,
ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦੇ ਸੇਵਾਦਾਰ ਹਾਂ। ਨੌਕਰੀ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਆ ਤੇ ਆਪਣੇ ਮਾਲਕ ਦੋ ਆ, ਇੱਕ ਸੰਗਤ, ਇੱਕ ਗੁਰੂ ਗ੍ਰੰਥ ਸਾਹਿਬ ਜੀ। ਕਿਉਂਕਿ ਸੰਗਤ ਗੁਰੂ ਸਾਹਿਬ ਦਾ ਸੁਮੇਲ ਹੈ। ਜਿੱਥੇ ਗੁਰੂ ਹੈ ਉੱਥੇ ਸੰਗਤ ਹੈ। ਨਾ ਸੰਗਤ ਗੁਰੂ ਤੋਂ ਬਗੈਰ ਰਹਿੰਦੀ ਹੈ, ਨਾ ਗੁਰੂ ਸੰਗਤ ਤੋਂ ਬਗੈਰ ਰਹਿੰਦਾ ਹੈ। ਔਰ ਇਸੇ ਤਰ੍ਹਾਂ ਸਾਡਾ ਜਿਹੜਾ ਅਸੀਂ ਮੁਲਾਜ਼ਮ ਹਾਂ, ਸੇਵਾਦਾਰ ਹਾਂ, ਸਾਡੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹੈ, ਦੂਜੇ ਨੰਬਰ ਤੇ ਗੁਰੂ ਕੀ ਸੰਗਤ ਹੈ। ਜੇ ਤੁਸੀਂ ਕਹੋ ਸਾਡਾ ਇਹ ਪ੍ਰਧਾਨ ਆ ਜੀ, ਆ ਜੀ ਮੈਂਬਰ ਵਾ ਜੀ, ਆ ਸਕੱਤਰ ਆ ਜੀ, ਆ ਮੈਨੇਜਰ ਆ ਜੀ, ਕਈ ਮੈਨੇਜਰ ਆਏ, ਕਈ ਸਕੱਤਰ ਆਏ, ਕਈ ਨੇ ਚਲੇ ਜਾਣਾ। ਦਰਬਾਰ ਤੇ ਇਸੇ ਸਦਾ ਕਾਇਮ ਰਹਿਣਾ। ਇਹ ਗੁਰੂ ਗ੍ਰੰਥ ਸਾਹਿਬ ਦਾ ਦਰ ਹੈ, ਕੋਈ ਅਦਾਰਾ ਨਹੀਂ ਹੈ, ਕੋਈ ਫੈਕਟਰੀ ਨਹੀਂ ਹੈ। ਫੈਕਟਰੀ ਦੇ ਮੈਨੇਜਰ ਹੋਣਗੇ 100 ਹੋਣ, ਪਰ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਕੋਈ ਮੈਨੇਜਰ ਨਹੀਂ ਹੈ, ਕੋਈ ਪ੍ਰਧਾਨ ਨਹੀਂ ਹੈ। ਇੱਥੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਦਰ ਦੇ ਸਾਰੇ ਸੇਵਾਦਾਰ ਹਨ, ਟੋਟਲ A to Z। ਇਸ ਕਰਕੇ ਸੰਗਤ ਦੇ ਰੂਪ ਵਿੱਚ ਜਿਹੜੀ ਸੰਗਤ ਆ ਉਹ ਗੁਰੂ ਰੂਪ ਹੈ, ਔਰ ਜਿਹੜੇ ਪ੍ਰਬੰਧ ਕਰਨ ਵਾਲੇ ਉਹ ਮੇਰੇ ਵਰਗੇ ਜਿਹੜੇ ਗੁਰੂ ਤੋਂ ਤਨਖਾਹ ਲੈ ਕੇ ਕੰਮ ਕਰਦੇ ਆ, ਅਸੀਂ ਸਾਰੇ ਨੌਕਰ ਹਾਂ ਗੁਰੂ ਸਾਹਿਬ ਦੇ। ਇਸ ਕਰਕੇ ਨੌਕਰ ਨੂੰ ਆਪਣੀ ਪਰਿਭਾਸ਼ਾ ਦਾ ਪਤਾ ਹੋਣਾ ਚਾਹੀਦਾ, ਭਾਵੇਂ ਪ੍ਰਬੰਧ ਦੇ ਰੂਪ ਵਿੱਚ ਨੌਕਰ ਹੋਵੇ ਤੇ ਭਾਵੇਂ ਉਹ ਗ੍ਰੰਥੀ ਦੇ ਰੂਪ ਵਿੱਚ ਨੌਕਰ ਹੋਵੇ। ਮੇਰਾ ਕਹਿਣ ਦਾ ਭਾਵ ਇਹ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਲੜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਜੀ ਨੇ 10ਵੇਂ ਜਾਮਾਂ ਚ ਤਾਂ 10ਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਲਾਇਆ ਹੈ। 10 ਜਾਮੇ ਧਾਰਨ ਕੀਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ, ਕੇਵਲ ਸ਼ਬਦ ਗੁਰੂ ਨਾਲ ਜੋੜਨ ਵਾਸਤੇ। ਤੇ ਆਪਾਂ ਹੁਣ ਝਾਤੀ ਮਾਰੀਏ, ਸਤਿਗੁਰੂ ਕਿਰਪਾ ਕਰ ਰਹਿਮਤ ਕਰੇ। ਤੁਸੀਂ ਜਿੰਨੇ ਵੀ ਬੈਠੇ ਹੋ ਇੱਥੇ ਸਤਿਗੁਰੂ ਪਾਵਨ ਹਜ਼ੂਰੀ ਵਿੱਚ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਬੈਠੇ ਹੋ, ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਨੇ ਜਿਸ ਤਰ੍ਹਾਂ ਸਾਨੂੰ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਸਾਨੂੰ ਉਪਦੇਸ਼ ਦਿੱਤਾ ਕਿ ਕੇਵਲ ਮਨੁੱਖ ਦਾ ਗੁਰੂ ਕੇਵਲ ਸ਼ਬਦ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧਾ ਜੋੜਿਆ ਸਾਨੂੰ, ਕਿਸੇ ਦੇਵੀ ਦੇਵਤੇ ਨਾਲ, ਕਿਸੇ ਮੜੀ ਮੱਟ ਨਾਲ ਨਹੀਂ ਜੋੜਿਆ, ਕਿਸੇ ਜੜ ਵਸਤੂ ਨਾਲ ਨਹੀਂ ਜੋੜਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਵਾਸਤੇ ਸਾਡੀ ਰਹਿਨੁਮਾਈ ਕਰਨ ਵਾਲੇ ਹਨ। ਸਾਡੇ ਤੇ ਤਰਸ ਕਰਕੇ ਸਾਨੂੰ ਸਦੀਵ ਕਾਲੀ ਉਪਦੇਸ਼ ਦੇਣ ਵਾਲੇ ਹਨ। ਸਤਿਗੁਰੂ ਕਿਰਪਾ ਕਰ ਰਹਿਮਤ ਕਰਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਗੁਰਪੁਰਬ ਮਨਾ ਰਹੇ ਹੋ। ਮੈਨੂੰ ਬੜੀ ਖੁਸ਼ੀ ਹੈ ਕਿ ਇਸ ਗੁਰਦੁਆਰੇ ਵਿੱਚ ਪ੍ਰਬੰਧ ਜਿਹੜੇ ਉਹ ਪੰਜ ਸਿੰਘ ਕਰ ਰਹੇ ਹਨ। ਬਹੁਤ ਵਧੀਆ ਗੱਲ ਹੈ। ਇਸੇ ਤਰ੍ਹਾਂ ਜੁੜੇ ਰਹੋ, ਕਿਤੇ ਤੁਹਾਡੇ ਪੰਜਾਂ ਚੋਂ 2.5 3 ਨਾ ਹੋ ਜਾਏ, 3 ਨਾ ਹੋ ਜਾਏ, ਕਿਤੇ ਜੁੜੇ ਰਹੋ। ਜੇ ਸੇਵਾ ਕਰਨੀ ਹੈ ਤੇ ਫਿਰ ਕਾਹਦਾ ਹੰਕਾਰ ਹੈ? ਹਾਂਜੀ, ਫਿਰ ਤਾਂ ਸੇਵਾ ਤੇ ਭਾਵਨਾ ਨਾਲ ਕੀਤੀ ਜਾਵੇ ਤੇ ਸਤਿਗੁਰੂ ਕਿਰਪਾ ਕਰਦੇ ਹਨ। ਸੋ ਐਸੇ ਤਰ੍ਹਾਂ ਸਾਡਾ ਜੋੜ ਮਿਲ ਬਣਿਆ ਰਹੇ, ਸੰਗਤ ਇਸੇ ਤਰ੍ਹਾਂ ਹੁੰਦੀ ਰਹੇ, ਔਰ ਸੰਗਤ ਨੂੰ ਜੋੜਨਾ ਗੁਰੂ ਦੇ ਨਾਲ। ਜੇ ਇੱਥੇ ਆਣ ਕੇ ਵੀ ਆਪਾਂ ਨੂੰ ਈਰਖਾ ਦੇਖੀ ਤੇ ਫਿਰ ਕਿੱਥੇ ਜਾ ਕੇ ਆਪਾਂ ਈਰਖਾ ਨੂੰ ਖਤਮ ਕਰਾਂਗੇ? ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਰਹਿਮਤ ਕਰਨ। ਆਪ ਨੇ ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਤਿਗੁਰਾਂ ਦਾ ਪਾਵਨ ਪਵਿੱਤਰ ਗੁਰਪੁਰਬ ਮਨਾਇਆ ਹੈ। ਪਰਸੋਂ ਦੇ ਰੋਜ਼ ਤੋਂ ਆਪ ਹਾਜ਼ਰੀਆਂ ਭਰਦੇ ਹੋ। ਸਤਿਗੁਰਾਂ ਨੇ ਤੁਰਟ ਕੇ ਕਿਰਪਾ ਕਰਕੇ ਤੁਹਾਡੇ ਕੋਲ ਸੇਵਾਵਾਂ ਲਈਆਂ ਹਨ। ਸਤਿਗੁਰੂ ਕਿਰਪਾ ਕਰ ਰਹਿਮਤ ਕਰੇ। ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰ ਰਹਿਮਤ ਕਰਿਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਤੁਹਾਡਾ ਬਿਰਧ ਹੈ, ਕਿਉਂਕਿ ਜਿਹੜਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਸਿੱਖੀ ਧਰਮ ਹੈ, ਇਹ ਜੇ ਆਪਾਂ ਗ੍ਰਸਤੀਆਂ ਦਾ ਧਰਮ ਕਰ ਲਈਏ ਕਹਿ ਲਈਏ ਤੇ ਆਤ ਕਥਨੀ ਨਹੀਂ, ਕਿਰਤੀਆਂ ਦਾ ਧਰਮ ਕਹਿ ਲਈਏ ਤੇ ਆਤ ਕਥਨੀ ਨਹੀਂ ਹੈ। ਇਹ ਸਿੱਖ ਧਰਮ ਗ੍ਰਸਤੀਆਂ ਦਾ ਧਰਮ ਹੈ, ਸਿੱਖ ਧਰਮ ਕਿਰਤੀਆਂ ਦਾ ਧਰਮ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਸਾਰੀ ਧਰਤੀ ਦਾ ਭ੍ਰਮਣ ਕੀਤਾ ਤੇ 3 ਹੀ ਉਪਦੇਸ਼ ਦਿੱਤੇ ਹਨ। ਸਭ ਤੋਂ ਪਹਿਲਾਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। 3 ਸਿਧਾਂਤ ਦਿੱਤੇ ਭਾਈ ਗੁਰੂ ਕੇ ਸਿੱਖ ਨੇ। ਨਾਮ ਜਪਣਾ ਔਰ ਦਸਾਂ ਨਾਮ ਦੀ ਕਿਰਤ ਕਰਨੀ ਹੈ, ਔਰ ਕਿਰਤ ਵਿੱਚੋਂ ਦਸਵੰਧ ਕੱਢਣਾ ਹੈ। ਦਸਵੰਧ ਕੱਢਣ ਲੱਗਿਆ ਵੀ ਵੇਖਣਾ ਹੈ ਕਿ ਕਿੱਥੇ ਲੋੜ ਹੈ। ਗੁਰੂ ਘਰ ਦੀ ਜਿਹੜੀ ਲੋੜ ਹੈ ਜਿਸ ਚੀਜ਼ ਦੀ, ਉਹਦੇ ਵਾਸਤੇ ਦਸਵੰਧ ਵਰਤਿਆ ਜਾਵੇ। ਜੇ ਕਿਸੇ ਗਰੀਬ ਸਿੱਖ ਦਾ ਬੱਚਾ ਪੜ੍ਹਨ ਵਾਲਾ ਹੈ ਜਾਂ ਕਿਸੇ ਗਰੀਬ ਸਿੱਖ ਦੀ ਬੱਚੀ ਦਾ ਆਨੰਦ ਕਾਰਜ ਹੋਣ ਵਾਲਾ, ਉਹਦੇ ਕੋਲ ਸਮਰੱਥਾ ਨਹੀਂ ਹੈ ਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਉੱਥੇ ਵੀ ਤੁਸੀਂ ਦਸਵੰਧ ਦੀ ਮਾਇਆ ਵਰਤ ਸਕਦੇ ਹੋ, ਸਤਿਗੁਰੂ ਦੀ ਖੁਸ਼ੀਆਂ ਲੈ ਸਕਦੇ ਹੋ, ਕਿਉਂਕਿ ਸਤਿਗੁਰੂ ਗਰੀਬ ਨਵਾਜ ਹਨ। ਅਮੀਰ ਵੀ ਭਾਵੇਂ ਪਰਮਾਤਮਾ ਦੇ ਨਵਾਜੇ ਹੋਏ ਹਨ, ਗੁਰੂ ਦੇ ਨਵਾਜੇ ਹੋਏ ਹਨ,
ਉਹ ਤੋਂ ਆਪਣੇ ਆਪ ਨਹੀਂ ਡਿੱਗੇ ਹੋਏ, ਪਰ ਖਾਸ ਕਰਕੇ ਗੁਰੂ ਦਾ ਜਿਹੜਾ ਸਨੇਹ ਹੈ, ਪਿਆਰ ਹੈ, ਉਹ ਕੇਵਲ ਗਰੀਬਾਂ ਨਾਲ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਦਾ ਪਾਵਨ ਸਿਧਾਂਤ ਹੈ, ਉਹਨਾਂ ਦਾ ਪਾਵਨ ਬਚਨ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਮਤ ਨੀਚ, ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸੁਖ ਰੀਸ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਦਾ ਪਾਵਨ ਬਚਨ ਪਵਿੱਤਰ ਸਤਿਗੁਰੂ ਜੀ ਆਪ ਕਹਿ ਰਹੇ ਆ ਕਿ ਅਸੀਂ ਨੀਵੇਂ ਤੋਂ ਵੀ ਨੀਵੇਂ, ਨੀਚਾ ਤੋਂ ਵੀ ਨੀਚ ਹਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਮਤ ਨੀਚ, ਨੀਚਾ ਤੋਂ ਵੀ ਨੀਵੇਂ, ਨੀਵੇਂ ਤੋਂ ਵੀ ਨੀਵੇਂ, ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸੁਖ ਰੀਸ। ਕਿਤੇ ਅਸੀਂ ਵੱਡਿਆਂ ਨੂੰ ਕੀ ਕਹਿਣਾ, ਅਸੀਂ ਵੱਡਿਆਂ ਨੂੰ ਕੀ ਕਹਿਣਾ? ਸਾਡਾ ਕੇਵਲ ਸਾਥ, ਸਾਡੀ ਕੇਵਲ ਸੰਗਤ ਗਰੀਬਾਂ ਨਾਲ ਹੈ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਗਰੀਬ ਨਵਾਜ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਸਾਂ ਗੁਰੂ ਸਾਹਿਬਾਨ ਨੂੰ ਆਪਾਂ ਗਰੀਬ ਨਵਾਜ ਕਹਿ ਕੇ ਸਤਿਗੁਰਾਂ ਦੀ ਵਡਿਆਈ ਕਰਦੇ ਹਾਂ ਤੇ ਗੁਰੂ ਗਰੀਬ ਨਵਾਜ ਹੈ ਤੇ ਗੁਰੂ ਗਰੀਬਾਂ ਨੂੰ ਨਵਾਜਦਾ ਹੈ। ਇਹ ਗੁਰੂ ਦਾ ਬਿਰਦ ਹੈ। ਆਮ ਦੁਨਿਆਵੀ ਵਿਅਕਤੀ ਤੇ ਮਾੜੇ ਨੂੰ ਲਾਗੇ ਲਾਉਣ ਦੀ ਵੱਖਰੀ ਹੈ, ਦੂਰੋਂ ਨਫ਼ਰਤ ਕਰਦਾ ਹੈ। ਇਹ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਗਰੀਬਾਂ ਨੂੰ ਨਵਾਜਣ ਵਾਲੇ ਹਨ। ਗੁਰੂ ਅੱਗੇ ਅਰਦਾਸ ਕਰੀ, ਸਤਿਗੁਰੂ ਕਿਰਪਾ ਕਰੋ, ਰਹਿਮਤ ਕਰਿਓ, ਆਪਣੇ ਚਰਨਾਂ ਨਾਲ ਜੋੜੀ ਰੱਖਿਓ। ਸਾਡਾ ਆਪਣਾ ਕੋਈ ਜਪ ਤਪ ਸਾਧਨਾ ਨਹੀਂ ਹੈ, ਜਪ ਤਪ ਸੰਤਰ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸਰਮ ਪਰ ਕੀ ਰਾਖੋ ਸਰਮਾ। ਸਤਿਗੁਰੂ ਸਾਡਾ ਆਪਣਾ ਕੋਈ ਜਪ ਤਪ ਸਾਧਨਾ ਨਹੀਂ ਹੈ, ਕੋਈ ਚੰਗਾ ਕਰਮ ਵੀ ਨਹੀਂ ਹੈ, ਲੇਕਿਨ ਤੁਹਾਡੀ ਸ਼ਰਨ ਚ ਆਏ ਆ। ਤੁਹਾਡਾ ਬਿਰਧ ਹੈ, ਜੋ ਸ਼ਰਨ ਆਵੇ ਤੇ ਕੰਠ ਲਾਵੇ, ਫਿਰ ਸਵਾਮੀ ਸੰਦਾ। ਜਿਹੜਾ ਤੁਹਾਡੀ ਸ਼ਰਨ ਚ ਤੁਸੀਂ ਮੈਨੂੰ ਆਪਣੇ ਕੰਠ ਲਾਉਂਦੇ ਹੋ, ਸਾਡੇ ਔਗਣ ਨੂੰ ਉਤਾਰਿਓ ਤੇ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਿਓ। ਬਾਣੀ ਤੇ ਬਾਣੀ ਤੋਂ ਦਾਤ ਸਾਡੀ ਝੋਲੀ ਚ ਪਾ ਦੇਵੋ। ਗੁਰੂ ਵਾਲੇ ਬਣ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਅਸੀਂ ਆਪਣੇ ਮਨੁੱਖਾ ਜੀਵਨ ਸਫਲ ਬਣਾ ਸਕੀਏ। ਇੰਨੀਆਂ ਬੇਨਤੀਆਂ ਆਪਨੇ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਦੀ ਆਪਨੇ ਖਿਮਾ ਕੋਸ਼ਿਸ਼ ਕਰਨੀ। ਅਖੀਰ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।